ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਦੋਸਤੋ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੁਸਾਂਝ ਹਾਜ਼ਰ ਹੋਣ ਜਾ ਰਹੇ ਹਾਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ ਲੈ ਕੇ। ਸਾਂਝੀ ਸੱਥ ਦੇ ਵਿੱਚ ਅਸੀਂ ਹਰ ਵਾਰ ਵਾਂਗ ਪੰਜਾਬ ਅਤੇ ਦੇਸ਼ ਦੇ ਸਮਾਜਿਕ ਤੇ ਰਾਜਸੀ ਮਾਮਲਿਆਂ ਤੇ ਆਪਣੀ ਸਮਝ ਦੇ ਮੁਤਾਬਕ ਟਿੱਪਣੀਆਂ ਕਰਾਂਗੇ ਤੇ ਹਰ ਵਾਰ ਸਾਡੇ ਨਾਲ ਜੁੜਦੇ ਨੇ ਸਵਾਲ ਲੈ ਕੇ ਨਿਊਯਾਰਕ ਤੋਂ ਕਮਲ ਦੁਸਾਂਝ ਹੋਰੀ। ਤੇ ਕਮਲ ਦੁਸਾਂਝ ਹੋਰੀ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਨਗੇ। ਆਓ ਜੀ ਕਮਲ ਜੀ। ਸਾਂਝੀ ਸਾਥ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਕਮਲ ਦੁਸਾਂਝ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਤੁਹਾਡੀ ਉਡੀਕ ਦੇ ਮੱਦੇਨਜ਼ਰ ਅਸੀਂ ਸਵਾਲਾਂ ਦਾ ਸਿਲਸਿਲਾ ਬਿਨਾਂ ਵਕਤ ਗਵਾਇਆ ਸ਼ੁਰੂ ਕਰ ਰਹੇ ਹਾਂ। ਦੁਸਾਂਝ ਸਾਹਿਬ, ਗੁਜਰਾਤ 'ਚ ਪਹਿਲੇ ਗੇੜ ਦੀਆਂ 99 ਸੀਟਾਂ ਤੇ ਵੋਟਾਂ ਪੈ ਗਈਆਂ ਨੇ। ਇਹਨਾਂ ਸੀਟਾਂ ਤੇ ਪਾਰਟੀ ਦਾ ਸਮਾਜ ਬਹੁਤ ਅਸਰਅੰਦਾਜ਼ ਹੈ। ਕੀ ਹਾਰਦਿਕ ਪਟੇਲ ਦਾ ਕ੍ਰਿਸ਼ਮਾ ਕਾਂਗਰਸ ਪਾਰਟੀ ਲਈ ਸੰਜੀਵਨੀ ਬੂਟੀ ਸਾਬਤ ਹੋ ਸਕਦਾ ਹੈ ਅਤੇ ਕੁੱਲ ਮਿਲਾ ਕੇ 18 ਦਸੰਬਰ ਨੂੰ ਆਉਣ ਵਾਲੇ ਨਤੀਜੇ ਕਿਸ ਦੇ ਪੱਖ ਵਿੱਚ ਰਹਿਣਗੇ? ਜੀ, ਗੁਜਰਾਤ ਵਿੱਚ ਪਹਿਲੇ ਗੇੜ 'ਚ 99 ਸੀਟਾਂ ਵਾਸਤੇ ਵੋਟਾਂ ਦਾ ਕੰਮ ਪੂਰਾ ਹੋ ਗਿਆ। ਸੋ 99 ਸੀਟਾਂ ਤੇ ਜਿਹੜੀ ਇਹ ਵੋਟਿੰਗ ਹੋਈ ਹੈ, ਇਹਦੇ ਵਿੱਚ ਜਿਸ ਤਰ੍ਹਾਂ ਹੁਣ ਤੱਕ ਪ੍ਰਚਾਰ ਰਿਹਾ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਵੇਂ ਪ੍ਰਚਾਰ ਕੀਤਾ ਹੈ ਤੇ ਮੁਕਾਬਲੇ 'ਚ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਸੀਨੀਅਰ ਪ੍ਰਧਾਨ ਜਿਹੜੇ ਆ, ਜਿਨ੍ਹਾਂ ਨੇ ਹੁਣ ਪ੍ਰਧਾਨ ਬਣ ਜਾਣਾ ਥੋੜ੍ਹੇ ਦਿਨਾਂ ਤੱਕ ਕਾਂਗਰਸ ਪਾਰਟੀ ਦੇ, ਇਹਨਾਂ ਦਾ ਪ੍ਰਚਾਰ 'ਚ ਵੀ ਇੱਕ ਮੁਕਾਬਲਾ ਚੱਲਿਆ। ਕੁੱਲ ਮਿਲਾ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਗੁਜਰਾਤ ਵਿੱਚ ਪਹਿਲੇ ਗੇੜ ਦੀਆਂ 99 ਸੀਟਾਂ ਤੇ ਜਿਹੜੀਆਂ ਵੋਟਾਂ ਪੈ ਗਈਆਂ ਤੇ ਇਹਦੇ 'ਚ ਦੇਖਾਂਗੇ ਨਤੀਜੇ ਕਿਵੇਂ ਆਉਂਦੇ ਆ। 18 ਦਸੰਬਰ ਨੂੰ ਨਤੀਜੇ ਸਾਡੇ ਸਾਹਮਣੇ ਆਉਣਗੇ। ਦੂਜੇ ਗੇੜ ਵਿੱਚ 93 ਸੀਟਾਂ ਤੇ ਵੋਟਾਂ ਪੈਣੀਆਂ ਤੇ ਉਹਦੇ ਵਾਸਤੇ ਚੋਣ ਪ੍ਰਚਾਰ ਜਿਹੜਾ ਆ ਉਹ ਤੇਜ਼ ਕਰ ਦਿੱਤਾ ਗਿਆ। ਅੱਜ ਤੋਂ ਹੀ ਚੋਣ ਪ੍ਰਚਾਰ ਦੇ ਵਿੱਚ ਜੁਟ ਗਏ ਨੇ ਰਾਹੁਲ ਗਾਂਧੀ ਵੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ। ਓਵਰਆਲ ਜਦੋਂ ਅਸੀਂ ਗੱਲ ਦੇਖਦੇ ਹਾਂ ਪਹਿਲੇ ਗੇੜ ਦੇ ਹਵਾਲੇ ਨਾਲ ਜਦੋਂ ਗੱਲ ਕਰਦੇ ਹਾਂ, ਭਾਰਤੀ ਜਨਤਾ ਪਾਰਟੀ ਨੇ ਜਿੰਨਾ ਜ਼ੋਰ ਗੁਜਰਾਤ ਦੇ ਵਿੱਚ ਲਾਇਆ, ਇਹਦੇ ਮੁਕਾਬਲੇ 'ਚ ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਬਹੁਤ ਘੱਟ ਜ਼ੋਰ ਲਾਇਆ ਗਿਆ ਸੀ। ਗੁਜਰਾਤ ਦੇ ਵਿੱਚ ਇੰਨਾ ਜ਼ੋਰ ਕਿਉਂ ਲਾਇਆ ਗਿਆ? ਇਹਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਨਾ ਕਿਤੇ ਤਾਂ ਕੋਈ ਖਤਰਾ ਦਿਖਾਈ ਦੇ ਰਿਹਾ ਸੀ। ਰੈਲੀਆਂ ਦੇ ਲਿਹਾਜ਼ ਨਾਲ ਜਦੋਂ ਆਪਾਂ ਦੇਖੀਏ, ਪਹਿਲੇ ਗੇੜ ਦੀਆਂ 99 ਸੀਟਾਂ ਦੇ ਉੱਤੇ ਦੋਵਾਂ ਪਾਰਟੀਆਂ ਨੇ ਚੋਣ ਪ੍ਰਚਾਰ ਜਿਹੜਾ ਕੀਤਾ ਹੈ, ਰੈਲੀਆਂ ਦੇ ਲਿਹਾਜ਼ ਨਾਲ ਜੇ ਦੇਖੀਏ, ਗੁਜਰਾਤ ਚੋਣਾਂ ਨੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਯੂਪੀ ਨੂੰ ਵੀ ਪਿੱਛੇ ਛੱਡ ਦਿੱਤਾ। ਪਹਿਲੇ ਗੇੜ 'ਚ ਬੀਜੇਪੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਗੜ ਨੂੰ ਬਚਾਉਣ ਵਾਸਤੇ 11 ਦਿਨਾਂ 'ਚ ਉਹਨਾਂ ਨੇ ਵੱਡੀਆਂ 19 ਰੈਲੀਆਂ ਕੀਤੀਆਂ, ਚੋਣ ਰੈਲੀਆਂ, ਤੇ ਇੱਕ ਰੈਲੀ 'ਚ ਉਹ 4 ਤੋਂ 5 ਵਿਧਾਨ ਸਭਾ ਸੀਟਾਂ ਕਵਰ ਕਰਦੇ ਸੀਗੇ। ਤੇ ਇਸੇ ਸਾਲ ਜਦੋਂ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸੀ, ਪਹਿਲੇ ਗੇੜ ਦੀਆਂ 73 ਸੀਟਾਂ ਸੀਗੀਆਂ ਉੱਥੇ। ਗੁਜਰਾਤ ਦੇ ਪਹਿਲੇ ਗੇੜ ਤੋਂ ਜ਼ਿਆਦਾ ਵੋਟਰ ਉੱਥੇ ਸੀਗੇ ਯੂਪੀ 'ਚ, ਪਰ ਉੱਥੇ ਸਿਰਫ ਮੋਦੀ ਸਾਹਿਬ ਨੇ 3 ਵੱਡੀਆਂ ਪਬਲਿਕ ਮੀਟਿੰਗਾਂ ਕੀਤੀਆਂ ਸੀ। ਇੱਥੇ ਤੁਸੀਂ ਦੇਖ ਲਓ 19 ਵੱਡੀਆਂ ਰੈਲੀਆਂ ਕੀਤੀਆਂ। ਤੇ ਤੁਸੀਂ ਇਹ ਅੰਦਾਜ਼ਾ ਕਰ ਸਕਦੇ ਹੋ ਵੀ ਇਕੱਲੇ ਨਰਿੰਦਰ ਮੋਦੀ ਨਹੀਂ, ਗੁਜਰਾਤ 'ਚ ਭਾਰਤੀ ਜਨਤਾ ਪਾਰਟੀ ਨੇ ਚੋਣ ਪ੍ਰਚਾਰ ਵਾਸਤੇ ਆਪਣਾ ਸਾਰਾ ਕੁਝ ਝੋਕਿਆ। ਮਹਾਰਾਸ਼ਟਰ, ਰਾਜਸਥਾਨ ਤੋਂ ਲੈ ਕੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ ਤੱਕ ਦੇ ਮੁੱਖ ਮੰਤਰੀ, ਸੀਨੀਅਰ ਲੀਡਰ, ਹੋਰ ਮੰਤਰੀ, ਪਾਰਟੀ ਵਰਕਰ ਚੋਣ ਪ੍ਰਚਾਰ ਝੋਕੇ। ਤੇ ਗੁਜਰਾਤ 'ਚ ਕੇਂਦਰ ਸਰਕਾਰ ਦੇ 25 ਤੋਂ 30 ਮੰਤਰੀ ਚੋਣ ਪ੍ਰਚਾਰ 'ਚ ਲੱਗੇ ਰਹੇ। 25 ਸੀਨੀਅਰ ਲੀਡਰ, 10 ਮੁੱਖ ਮੰਤਰੀ, 2 ਡਿਪਟੀ CM ਪ੍ਰਚਾਰ ਕਰਦੇ ਰਹੇ। ਮਹਾਰਾਸ਼ਟਰ ਸਰਕਾਰ ਦੇ 10 ਮੰਤਰੀ, 25 MLA, ਰਾਜਸਥਾਨ ਦੇ 7 ਮੰਤਰੀ, 30 MLA, ਮੱਧ ਪ੍ਰਦੇਸ਼ ਦੇ 5 ਮੰਤਰੀ, 20 ਤੋਂ 25 MLA, ਉੱਤਰ ਪ੍ਰਦੇਸ਼ ਦੇ 15 ਮੰਤਰੀ ਤੇ 50 ਤੋਂ ਜ਼ਿਆਦਾ MLA ਇਹ ਉੱਥੇ ਚੋਣ ਪ੍ਰਚਾਰ ਕਰਦੇ ਰਹੇ ਤੇ ਅਗਲੇ ਗੇੜ 'ਚ ਵੀ ਉਹ ਪ੍ਰਚਾਰ ਕਰਨਗੇ। ਇਸ ਤੋਂ ਇਲਾਵਾ ਬਾਕੀ ਸੂਬਿਆਂ ਤੋਂ ਵੀ ਭਾਰਤੀ ਜਨਤਾ ਪਾਰਟੀ ਦੇ ਕੋਈ 15 ਤੋਂ 20 ਮੰਤਰੀ ਗਏ, 150 ਤੋਂ ਜ਼ਿਆਦਾ MLA ਪ੍ਰਚਾਰ 'ਚ ਆਏ। ਪਾਰਟੀ ਦੇ 130 ਤੋਂ ਲੈ ਕੇ 130 ਤੱਕ ਜਿਹੜੇ MP ਜਿਹੜੇ ਚੋਣ ਪ੍ਰਚਾਰ 'ਚ ਲੱਗੇ ਰਹੇ। ਪਾਰਟੀ ਦੇ ਵੱਖ-ਵੱਖ ਸੂਬਿਆਂ ਦੇ 2000 ਐਕਟਿਵ ਵਰਕਰ ਜਿਹੜੇ ਚੋਣ ਪ੍ਰਚਾਰ 'ਚ ਆ ਕੇ ਉੱਥੇ ਲੱਗੇ ਰਹੇ। ਯਾਨੀ ਯੂਪੀ ਦੇ ਵਿੱਚ ਜਿਹੜੀਆਂ ਹੁਣੇ ਲੋਕਲ ਬਾਡੀਜ਼ ਚੋਣਾਂ ਹੋਈਆਂ, ਜਿਹੜੇ ਉੱਥੇ ਜਿੱਤੇ ਆ ਬੀਜੇਪੀ ਦੇ, ਉਹ ਵੀ ਜਿੱਤੇ ਹੋਏ ਮੇਅਰ ਵੀ ਆਏ, ਪੰਚਾਇਤ ਮੁਖੀ ਵੀ ਉੱਥੇ ਆਏ। ਯਾਨੀ ਕੋਈ ਕਸਰ ਨਹੀਂ ਬੀਜੇਪੀ ਨੇ ਛੱਡੀ। ਇਹਦੇ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਬੀਜੇਪੀ ਨੂੰ ਕਿੰਨਾ ਵੱਡਾ ਖਤਰਾ ਪੈਦਾ ਹੋਇਆ। ਜਦਕਿ ਰਾਹੁਲ ਗਾਂਧੀ ਖੁਦ ਬਹੁਤ ਵਧੀਆ ਪ੍ਰਚਾਰ ਉਹਨਾਂ ਨੇ ਕੀਤਾ, ਪਰ ਰਾਹੁਲ ਗਾਂਧੀ ਦੇ ਨਾਲ ਜਿਹੜੇ ਬਹੁਤ ਜ਼ਿਆਦਾ ਵੱਡੀ ਫੌਜ ਨਹੀਂ ਸੀ। ਕਾਂਗਰਸ ਦੀ ਕਮਾਨ ਰਾਹੁਲ ਗਾਂਧੀ ਨੇ ਇਕੱਲਿਆਂ ਹੀ ਸਾਂਭੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਉੱਥੇ ਜ਼ਰੂਰ ਗਏ, ਨਵਜੋਤ ਸਿੰਘ ਸਿੱਧੂ ਵੀ ਗਏ, ਡਾਕਟਰ ਮਨਮੋਹਨ ਸਿੰਘ ਵੀ ਗਏ, ਅਹਿਮਦ ਪਟੇਲ ਉੱਥੇ ਕਰ ਰਹੇ ਚੋਣ ਪ੍ਰਚਾਰ, ਪਰ ਕਾਂਗਰਸ ਦੇ 15 ਤੋਂ 20 ਸੀਨੀਅਰ ਲੀਡਰ ਹੈ ਜਾਂ ਬਾਕੀ ਵਰਕਰ ਹੈ। ਜਿਸ ਹਿਸਾਬ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਤਿਲ ਲਾਈ ਹੈ,
ਉਹ ਤੋਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਖਤਰਾ ਤਾਂ ਸੀ। ਇਹਦਾ ਨਤੀਜਾ ਕਿੱਦਾਂ ਦਾ ਆਉਂਦਾ ਇਹ ਤਾਂ ਅਸੀਂ ਹੁਣ ਨਹੀਂ ਦਾਅਵਾ ਕਰ ਸਕਦੇ, ਪਰ ਲਾਜ਼ਮੀ ਤੌਰ ਦੇ ਉੱਤੇ ਇਹ ਗੱਲ ਮੰਨਣੀ ਪਏਗੀ ਕਿ ਭਾਰਤੀ ਜਨਤਾ ਪਾਰਟੀ ਦੀ ਚਿੰਤਾ ਵਧੀ ਹੋਈ ਹੈ ਗੁਜਰਾਤ ਦੀਆਂ ਚੋਣਾਂ ਨੂੰ ਲੈ ਕੇ। ਪਹਿਲੇ ਗੇੜ ਦੀਆਂ ਵੋਟਾਂ ਜਿਹੜੀਆਂ ਪਈਆਂ ਇਹਦੇ 'ਚ ਜੇ ਥੋੜਾ ਹੋਰ ਆਪਾਂ ਅੱਗੇ ਜਾਈਏ, ਇਹਦੇ 'ਚ 19 ਜ਼ਿਲ੍ਹਿਆਂ ਦੇ, ਸੌਰਾਸ਼ਟਰ ਤੇ ਦੱਖਣੀ ਗੁਜਰਾਤ ਦੇ 19 ਜ਼ਿਲ੍ਹੇ ਹੈ, ਉਹਦੇ 19 ਜ਼ਿਲ੍ਹਿਆਂ ਦੀਆਂ 99 ਸੀਟਾਂ ਜਿੱਥੇ ਵੋਟਾਂ ਪਈਆਂ। ਤੇ ਇਹਦੇ 'ਚ ਜਿਹੜੀ ਸਮਝਣ ਵਾਲੀ ਗੱਲ ਇਹ ਹੈ ਵੀ ਇਹਦੇ 'ਚ ਪਾਰਟੀਦਾਰ ਵੋਟਰਸ ਜ਼ਿਆਦਾ, ਯਾਨੀ ਪਟੇਲ ਵੋਟਰਸ ਜ਼ਿਆਦਾ ਹੈ। ਇਹ ਉਹ ਸੀਟਾਂ ਜਿਨ੍ਹਾਂ ਤੇ ਹਾਰਦਿਕ ਪਟੇਲ ਜਿਹੜੇ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਖੇਡ ਵਿਗਾੜ ਸਕਦੇ ਹੈ। ਇਹਨਾਂ ਇਲਾਕਿਆਂ 'ਚ ਪਾਰਟੀਦਾਰ, ਦਲਿਤ, OBC ਵੋਟਰਸ ਜਿਹੜੇ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਦੱਸੇ ਜਾ ਰਹੇ ਹੈ। ਜਾਣਕਾਰ ਇਹ ਕਹਿ ਰਹੇ ਆ ਕਿ ਪਾਰਟੀਦਾਰਾਂ ਦਾ ਜਿਹੜਾ ਅੰਦੋਲਨ ਹੈ ਉਹ ਬੜਾ ਮਜ਼ਬੂਤ ਰਿਹਾ ਤੇ ਇਹ ਭਾਰਤੀ ਜਨਤਾ ਪਾਰਟੀ ਨੂੰ ਇੱਕ ਚੁਣੌਤੀ ਬਣ ਕੇ ਟੱਕਰਨਗੇ। ਜੇ ਪਾਰਟੀਦਾਰਾਂ ਨੇ ਜਿਹੜੀ ਵੋਟਾਂ ਤਾਂ ਹੁਣ ਪੈ ਗਈਆਂ, ਜੇ ਇਹਨਾਂ ਸੀਟਾਂ ਤੇ ਪਾਰਟੀਦਾਰਾਂ ਨੇ ਸੱਚਮੁੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆਪਣਾ ਗੁੱਸਾ ਕੱਢਿਆ ਤਾਂ ਫਿਰ ਭਾਰਤੀ ਜਨਤਾ ਪਾਰਟੀ ਦਾ ਫੇਰ ਤੋਂ ਗੁਜਰਾਤ ਦੀ ਗੱਦੀ ਤੇ ਬੈਠਣਾ ਬਹੁਤ ਮੁਸ਼ਕਲ ਹੋ ਜਾਊਗਾ। ਹਾਲਾਂਕਿ ਇਹ ਤੈਅ ਨਹੀਂ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਪਾਰਟੀਦਾਰ ਇਕੱਠੇ ਹੋਣਗੇ ਜਾਂ ਨਹੀਂ। ਬੀਜੇਪੀ ਇਹ ਮੰਨਦੀ ਹੈ ਕਿ ਜ਼ਿਆਦਾਤਰ ਪਾਰਟੀਦਾਰ ਜਿਹੜੇ ਹੈ ਉਹ ਭਾਰਤੀ ਜਨਤਾ ਪਾਰਟੀ ਨਾਲ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣਗੇ। ਹਾਰਦਿਕ ਪਟੇਲ ਲਈ ਵੀ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਇੰਨਾ ਸੌਖਾ ਨਹੀਂ ਹੈ। ਹਾਰਦਿਕ ਪਟੇਲ ਲਈ ਪਾਰਟੀਦਾਰਾਂ ਨੂੰ ਇਕੱਠਾ ਕਰਨਾ ਇੱਕ ਵੱਡਾ ਚੁਣੌਤੀ ਰਹੀ ਹੈ। ਅਲਪੇਸ਼ ਠਾਕੁਰ ਦਾ ਕਾਂਗਰਸ ਪਾਰਟੀ ਨੂੰ ਹਮਾਇਤ ਦੇਣਾ ਇਹ ਭਾਰਤੀ ਜਨਤਾ ਪਾਰਟੀ ਨੂੰ ਝਟਕਾ ਦੇ ਸਕਦਾ ਹੈ। ਕਾਂਗਰਸ ਪਾਰਟੀ ਵਾਸਤੇ ਇਹ ਚੰਗੀ ਗੱਲ ਹੈ। ਇਹਦੇ ਵਿੱਚ ਬੀਜੇਪੀ ਇਹ ਕਹਿੰਦੀ ਹੈ ਕਿ ਅਲਪੇਸ਼ ਜਿਹੜਾ ਆ ਉਹ ਗੁਜਰਾਤ ਚੋਣਾਂ 'ਚ ਕੋਈ ਵੱਡਾ ਮੁੱਦਾ ਨਹੀਂ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਇਹਦਾ ਕੋਈ ਨੁਕਸਾਨ ਨਹੀਂ ਹੋਣ ਵਾਲਾ। ਪਰ ਦੱਸਣ ਵਾਲੀ ਗੱਲ ਇੱਥੇ ਹੈ ਕਿ ਭਾਰਤੀ ਜਨਤਾ ਪਾਰਟੀ ਗੁਜਰਾਤ 'ਚ ਪਿਛਲੇ 22 ਸਾਲਾਂ ਤੋਂ ਹੁਕੂਮਤ 'ਚ ਹੈ ਤੇ ਇਹ ਹੁਕੂਮਤ ਦੇ ਖਿਲਾਫ ਵੀ ਇੱਕ ਲਹਿਰ ਚੱਲੀ ਹੈ। ਉੱਥੇ ਐਂਟੀ ਸਟੇਟ ਜਿਹੜੀ ਇੱਕ ਲਹਿਰ ਹੁੰਦੀ ਉੱਥੇ ਦਿਖਾਈ ਦਿੱਤੀ ਹੈ। ਕਾਂਗਰਸ ਪਾਰਟੀ ਨੂੰ ਇਹੀ ਉਮੀਦ ਹੈ ਕਿ ਉਹ 2 ਦਹਾਕਿਆਂ ਬਾਅਦ ਇੱਕ ਵਾਰ ਫਿਰ ਤੋਂ ਵਾਪਸੀ ਕਰ ਸਕਦੀ ਹੈ। ਗੁਜਰਾਤ ਦੇ ਵਿੱਚ ਜਿਹੜੀ ਨਵਸਰਜਣ ਯਾਤਰਾ ਕੀਤੀ ਇਹਦੇ 'ਚ ਰਾਹੁਲ ਗਾਂਧੀ 4 ਵਾਰ ਗੁਜਰਾਤ ਦਾ ਦੌਰਾ ਕਰ ਚੁੱਕੇ ਆ ਤੇ ਉਹਨਾਂ ਦੇ ਨਿਸ਼ਾਨੇ ਤੇ ਪ੍ਰਧਾਨ ਮੰਤਰੀ ਦਾ ਗੁਜਰਾਤ ਮਾਡਲ ਰਿਹਾ। ਗੁਜਰਾਤ ਮਾਡਲ ਤੋਂ ਇਲਾਵਾ ਜਿਹੜੀ ਨੋਟਬੰਦੀ ਹੈ, GST, ਇਹ ਵੀ ਇੱਕ ਮੁੱਦੇ ਜਿਹੜੇ ਆ ਰਾਹੁਲ ਗਾਂਧੀ ਨੇ ਚੁੱਕੇ ਆ। ਨਾਲ ਹੀ ਰੁਜ਼ਗਾਰ, ਮਹਿੰਗਾਈ, ਕਿਸਾਨੀ ਨੂੰ ਲੈ ਕੇ ਮੋਦੀ ਸਰਕਾਰ ਤੇ ਲਗਾਤਾਰ ਹਮਲਾ ਉਹਨਾਂ ਨੇ ਬੋਲਿਆ। ਰਾਹੁਲ ਗਾਂਧੀ ਨੇ GST ਨੂੰ ਤੁਹਾਨੂੰ ਯਾਦ ਹੋਣਾ ਗੱਬਰ ਸਿੰਘ ਟੈਕਸ ਕਿਹਾ ਸੀ ਤੇ ਭਾਰਤੀ ਜਨਤਾ ਪਾਰਟੀ ਨੂੰ ਲੰਮੇ ਹੱਥੀ ਲਿਆ ਸੀ। ਵਿਕਾਸ ਦੇ ਮੁੱਦੇ ਤੇ ਗੁਜਰਾਤ ਦੀਆਂ ਚੋਣਾਂ ਜਿਹੜੀਆਂ ਸ਼ੁਰੂ ਹੁੰਦੀਆਂ, ਵਿਕਾਸ ਪਗਲਾ ਗਿਆ, ਇੱਕ ਟ੍ਰੈਂਡ ਬਣ ਗਿਆ ਸੀ ਜਦੋਂ ਰਾਹੁਲ ਗਾਂਧੀ ਨੇ ਕਿਹਾ ਕਿ ਵਿਕਾਸ ਪਗਲਾ ਗਿਆ। ਪਰ ਪ੍ਰਚਾਰ ਦੇ ਅਖੀਰ ਤੱਕ ਆਉਂਦਿਆਂ ਵਿਕਾਸ ਧਾਰਮਿਕ ਹੋ ਗਿਆ। ਗੁਜਰਾਤ ਦੇ ਲੋਕ ਜਿਹੜੇ ਆ ਪਗਲਾ ਗਏ ਵਿਕਾਸ ਨੂੰ ਵੋਟ ਪਾਉਂਦੇ ਆ ਜਾਂ ਧਾਰਮਿਕ ਵਿਕਾਸ ਨੂੰ ਵੋਟ ਪਾਉਂਦੇ ਆ। ਇਹ ਤਾਂ 18 ਦਸੰਬਰ ਦੇ ਨਤੀਜੇ ਦੱਸਣਗੇ। ਗੁਜਰਾਤ ਦੀਆਂ ਚੋਣਾਂ 'ਚ ਇਸ ਵਾਰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਦੇਖਣ ਨੂੰ ਮਿਲੀਆਂ ਜਿਹੜੀਆਂ ਹੈਰਾਨ ਕਰਦੀਆਂ ਸੀ। ਖਾਸ ਤੌਰ ਤੇ ਕਾਂਗਰਸ ਜਿਹੜੀ ਹੈ ਰਾਹੁਲ ਗਾਂਧੀ ਦੀ ਅਗਵਾਈ 'ਚ ਨਰਮ ਹਿੰਦੂਤਵ ਦੇ ਮਾਮਲੇ ਤੇ ਆ ਗਈ। ਯਾਨੀ ਜਿੰਨੇ ਮੰਦਰਾਂ ਦੇ ਦਰਸ਼ਨ ਜਾ ਕੇ ਰਾਹੁਲ ਗਾਂਧੀ ਨੇ ਕੀਤੇ ਇੰਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਹੀਂ ਕੀਤੇ। ਤੇ ਭਾਰਤੀ ਜਨਤਾ ਪਾਰਟੀ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ ਵਿਕਾਸ ਦੇ ਮੁੱਦੇ ਤੇ, ਅਖੀਰ 'ਚ ਆ ਕੇ ਉਹ ਵੀ ਰਾਮ ਮੰਦਿਰ ਤੇ ਆ ਕੇ ਟਿਕ ਗਏ। 3 ਤਲਾਕ ਵਰਗੇ ਮੁੱਦੇ ਉਹਨਾਂ ਨੇ ਚੁੱਕਣ ਦੀ ਕੋਸ਼ਿਸ਼ ਕੀਤੀ। ਸੋ ਬੀਜੇਪੀ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਵਿਕਾਸ ਦੀਆਂ ਗੱਲਾਂ ਨਾਲ, ਪਰ ਵਿਕਾਸ ਸਮਾਜ ਦੇ ਆਖਰੀ ਡੰਡੇ ਤੇ ਪਹੁੰਚਿਆ ਨਹੀਂ ਹੈਗਾ। ਇਸ ਕਰਕੇ ਲੋਕਾਂ 'ਚ ਇਹਦਾ ਪ੍ਰਭਾਵ ਕੋਈ ਨਹੀਂ ਦੇਖਣ ਨੂੰ ਮਿਲਿਆ ਤੇ ਫਿਰ ਬੀਜੇਪੀ ਵੀ ਹਿੰਦੂਤਵ ਦੇ ਮੁੱਦੇ ਵੱਲ ਮੁੜ ਕੇ ਆ ਗਈ ਤੇ ਉਹਨਾਂ ਦਾ ਵਿਕਾਸ ਵੀ ਧਾਰਮਿਕ ਹੋ ਗਿਆ। ਸੋ ਭਾਰਤੀ ਜਨਤਾ ਪਾਰਟੀ ਨੇ ਇਸ ਗੱਲ ਦਾ ਵੀ ਪ੍ਰਚਾਰ ਕੀਤਾ ਉੱਥੇ ਵੀ ਕਾਂਗਰਸ ਪਾਰਟੀ ਨੇ ਗੁਜਰਾਤ ਦੇ ਨਾਲ, ਗੁਜਰਾਤ ਦੇ ਲੀਡਰਾਂ ਨਾਲ, ਗੁਜਰਾਤ ਦੇ ਲੋਕਾਂ ਨਾਲ ਬੇਇਨਸਾਫੀ ਕੀਤੀ ਹੈ। ਗੁਜਰਾਤ ਦੇ ਬੇਟੇ ਦੇ ਖਿਲਾਫ ਇਹ ਬੋਲ ਰਹੇ, ਯਾਨੀ ਨਰਿੰਦਰ ਮੋਦੀ ਆਪਣੇ ਆਪ ਨੂੰ ਗੁਜਰਾਤ ਦਾ ਬੇਟਾ ਕਹਿ ਰਿਹਾ, ਜਦਕਿ ਹਾਰਦਿਕ ਪਟੇਲ ਕਹਿੰਦੇ ਆ ਕਿ ਜਿਹੜਾ ਸਮਾਜ ਦਾ ਹੇਠਲਾ ਵਰਗ ਹੈ, ਹੇਠਲੇ ਲੋਕ ਹੈ, ਦਲਿਤ ਹੈ, ਆਦਿਵਾਸੀ ਹੈ ਜਾਂ ਮੁਸਲਿਮ ਹੈ, ਕੀ ਉਹ ਗੁਜਰਾਤ ਦੇ ਬੇਟੇ ਨਹੀਂ? ਉਹਨਾਂ ਗੁਜਰਾਤ ਦੇ ਬੇਟਿਆਂ ਧੀਆਂ ਦਾ ਕੀ ਹਾਲ ਹੈ? ਇਹਦੀ ਚਿੰਤਾ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਕੋਈ ਨਹੀਂ। ਦੂਜੀ ਗੱਲ, ਹਾਰਦਿਕ ਪਟੇਲ ਦੀਆਂ ਜਿੰਨੀਆਂ ਵੀ ਵੱਡੀਆਂ ਰੈਲੀਆਂ ਹੋਈਆਂ ਉਹ 'ਚ ਜਿੱਦਾਂ ਲੋਕ ਆਏ ਹੈ ਉਹਨੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਜ਼ਿਆਦਾ ਚਿੰਤਾ 'ਚ ਪਾ ਦਿੱਤਾ ਹੈ। ਕਾਂਗਰਸ ਪਾਰਟੀ ਸਦਾ ਵਾਂਗ ਥੋੜੀ ਲੇਟ ਲਤੀਫ ਰਹੀ ਹੈ, ਦੇਰ ਨਾਲ ਚੋਣ ਪ੍ਰਚਾਰ 'ਚ ਲੱਗੀ ਹੈ, ਪਰ ਕਾਂਗਰਸ ਜਦੋਂ ਚੋਣ ਪ੍ਰਚਾਰ 'ਚ ਆਈ ਹੈ ਭਾਵੇਂ ਉਹਨਾਂ ਦੀ ਫੌਜ ਛੋਟੀ ਸੀ, ਪਰ ਰਾਹੁਲ ਗਾਂਧੀ ਨੇ ਬਦਲੇ ਹੋਏ ਤੇਵਰਾਂ ਦੇ ਨਾਲ ਕੰਮ ਗੁਜਰਾਤ ਦੇ ਵਿੱਚ ਕੀਤਾ ਹੈ। ਸਾਡੀ ਭਵਿੱਖਬਾਣੀ ਕੋਈ ਨਹੀਂ ਹੈ ਵੀ ਅਸੀਂ ਇਹ ਭਵਿੱਖਬਾਣੀ ਕਰੀਏ, ਪਰ ਇਹ ਜ਼ਰੂਰ ਹੈ ਕਿ ਬੀਜੇਪੀ ਵਾਸਤੇ ਆਪਣੀ ਸੱਤਾ ਨੂੰ ਬਚਾਉਣਾ ਐਤਕੀ ਬਹੁਤ ਮੁਸ਼ਕਲ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਬੀਜੇਪੀ ਹਾਰ ਰਹੀ ਹੈ ਉੱਥੇ, ਪਰ ਬਰਾਬਰ ਦੀ ਟੱਕਰ 'ਚ ਕਾਂਗਰਸ ਨੇ ਜਿਸ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕੀਤਾ, ਭਾਵੇਂ ਵਰਕਰਾਂ ਦੀ ਫੌਜ ਵੱਡੀ ਬੀਜੇਪੀ ਕੋ ਆ, ਭਾਵੇਂ ਲੀਡਰਾਂ ਦੀ ਵੱਡੀ ਫੌਜ ਬੀਜੇਪੀ ਕੋ ਆ, ਪਰ 22 ਸਾਲ ਦਾ ਸੂਬੇ 'ਚ ਜਿਹੜਾ ਰਾਜ ਹੈ ਤੇ ਗੁਜਰਾਤ ਮਾਡਲ ਜਿੱਦਾਂ ਫੇਲ ਹੋਇਆ ਤੇ ਜਿੱਦਾਂ ਦੇਸ਼ ਭਰ 'ਚ ਗੁਜਰਾਤ ਮਾਡਲ ਦੀ ਚਰਚਾ ਕੀਤੀ ਗਈ ਤੇ ਗੁਜਰਾਤ ਦੇ ਵਿੱਚ ਗੁਜਰਾਤ ਮਾਡਲ ਦੀ ਕਦੀ ਚਰਚਾ ਨਹੀਂ ਹੋਈ। ਉਹ ਤੋਂ ਲੱਗਦਾ ਹੈ ਕਿ ਲੋਕਾਂ ਦਾ ਇੱਕ ਸਵਿੰਗ ਜਿਹੜਾ ਵੋਟਾਂ ਦਾ ਉਹ ਬੀਜੇਪੀ ਦੇ ਖਿਲਾਫ ਜਾ ਸਕਦਾ ਹੈ, ਪਰ 10% ਸਵਿੰਗ ਚਾਹੀਦਾ ਘੱਟੋ ਘੱਟ।
ਘੱਟੋ ਘੱਟ 10 ਤੋਂ 12% ਸਵਿੰਗ ਜੇ ਹੋਏਗਾ ਤਾਂ ਕਾਂਗਰਸ ਪਾਰਟੀ ਸੱਤਾ ਹਾਸਲ ਕਰੇਗੀ। ਪੋਸੀਬਿਲਿਟੀ ਇਹ ਵੀ ਹੈ ਕਿ ਸ਼ਾਇਦ ਕਿਸੇ ਨੂੰ ਵੀ ਬਹੁਤ ਨਾ ਮਿਲੇ, ਬਹੁਤ ਤਕੜਾ ਮੁਕਾਬਲਾ ਦੇਖਣ ਨੂੰ ਮਿਲੇਗਾ। ਵੱਡੀ ਗੱਲ ਹੈ ਕਿ ਦਲਿਤ ਮੁਸਲਿਮ ਪਾਟੀਦਾਰ ਜੇ ਸੱਚਮੁੱਚ ਕਾਂਗਰਸ ਨੂੰ ਇਕੱਠੇ ਹੋ ਕੇ ਪੈ ਗਏ ਤਾਂ ਬੀਜੇਪੀ ਵਾਸਤੇ ਮੁਸ਼ਕਲ ਹੋ ਸਕਦੀ ਹੈ ਤੇ ਇਹਦਾ ਫਿਰ 2019 ਦੀਆਂ ਚੋਣਾਂ 'ਚ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਜੀ ਬਿਲਕੁਲ ਠੀਕ ਕਿਹਾ ਦੁਸਾਂਝ ਸਾਹਿਬ ਤੁਸੀਂ। ਹਕੂਮਤ ਕਿਸੇ ਵੀ ਧਿਰ ਦੀ ਆਵੇ ਪਰ ਇਹ ਲੋਕ ਪੱਖੀ ਸਰਕਾਰ ਕਿਸੇ ਵੀ ਕੀਮਤ ਤੇ ਨਹੀਂ ਹੋ ਸਕਦੀ। ਹੁਣ ਆਪਾਂ ਪੰਜਾਬ ਵੱਲ ਚੱਲਦੇ ਹਾਂ, ਜਿੱਥੇ ਸਰਦ ਰਾਤਾਂ 'ਚ ਸਿਆਸਤ ਆਪਣੀ ਗਰਮੀ ਦਿਖਾ ਰਹੀ ਹੈ। 10 ਸਾਲਾਂ ਤੱਕ ਰਾਜ ਕਰਨ ਵਾਲੇ ਅੱਜ ਕੱਲ੍ਹ ਸੜਕਾਂ ਤੇ ਨੇ। ਸੁਖਬੀਰ ਸਿੰਘ ਬਾਦਲ ਨੇ ਕਦੇ ਕਿਹਾ ਸੀ ਕਿ ਜਿਨ੍ਹਾਂ ਨੂੰ ਘਰ 'ਚ ਕੋਈ ਕੰਮ ਨਹੀਂ ਹੁੰਦਾ ਉਹ ਧਰਨੇ ਲਾਉਣ ਆ ਜਾਂਦੇ ਨੇ। ਹੁਣ ਉਹ ਖੁਦ ਧਰਨੇ ਲਾ ਰਹੇ ਨੇ। ਕੀ ਹੈ ਇਹਨਾਂ ਧਰਨਿਆਂ ਦੀ ਸਿਆਸਤ? ਦੇਖੋ, ਧਰਨਾ ਲਾਉਣਾ, ਮੁਜ਼ਾਹਰੇ ਕਰਨੇ, ਹੜਤਾਲ ਕਰਨੀ, ਇਹ ਸਾਡੇ ਸੰਵਿਧਾਨ ਦੇ ਮੁਤਾਬਕ ਸਾਡੇ ਦੇਸ਼ ਦੇ ਵਿੱਚ ਸਾਡੇ ਜਮਹੂਰੀ ਹੱਕ ਨੇ। ਇਹਨਾਂ ਜਮਹੂਰੀ ਹੱਕਾਂ ਨੂੰ ਤਾਂ ਰੋਕਿਆ ਨਹੀਂ ਜਾ ਸਕਦਾ, ਰੋਕਿਆ ਜਾਣਾ ਵੀ ਨਹੀਂ ਚਾਹੀਦਾ। ਭਾਵੇਂ ਬੜੀ ਕੋਸ਼ਿਸ਼ ਹੋ ਰਹੀ ਹੈ ਕਿ ਲੋਕ ਆਵਾਜ਼ ਨੂੰ ਬੰਦ ਕਰਨ ਦੇ ਤਰੀਕੇ ਜਿਹੜੇ ਲੱਭੇ ਜਾ ਰਹੇ ਆ ਕਿ ਲੋਕਾਂ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਜਾਏ। ਉਹ ਆਪਣੀ ਗੱਲ ਕਹਿਣ ਬਿਨਾਂ ਕੁੱਟ ਵੀ ਖਾਣ ਤੇ ਲੁੱਟੇ ਵੀ ਜਾਣ ਤੇ ਬੋਲਣ ਬਿਨਾਂ ਇੱਦਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਜਿਹਨਾਂ ਧਰਨਿਆਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਧਰਨੇ ਕੌਣ ਲੋਕ ਮਾਰ ਰਹੇ ਨੇ? ਸ਼੍ਰੋਮਣੀ ਅਕਾਲੀ ਦਲ ਧਰਨੇ ਮਾਰ ਰਿਹਾ, ਠੀਕ ਹੈ, ਉਹਨਾਂ ਦਾ ਸੰਵਿਧਾਨਕ ਤੌਰ ਤੇ ਹੱਕ ਹੈ, ਜਮਹੂਰੀ ਤੌਰ ਤੇ ਹੱਕ ਹੈ ਉਹ ਧਰਨੇ ਲਾਉਣ। ਪਰ ਧਰਨੇ ਲਾਉਂਦਿਆਂ ਯਾਦ ਰੱਖਣਾ ਚਾਹੀਦਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ ਪਿਛਲੇ 10 ਸਾਲ ਸੁਖਬੀਰ ਸਿੰਘ ਬਾਦਲ ਹੋਰੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚਲਾ ਰਹੇ ਸੀ ਤੇ ਭਾਰਤੀ ਜਨਤਾ ਪਾਰਟੀ ਨਾਲ ਸੀ। ਇਹਨਾਂ 10 ਸਾਲਾਂ ਦੇ ਵਿੱਚ ਜਿੰਨੇ ਧਰਨੇ ਮੁਜ਼ਾਹਰੇ ਜਾਂ ਅੰਦੋਲਨ ਹੋਏ ਨੇ, ਜੋ ਗਿਣਤੀ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਉਹ 70,000 ਤੋਂ ਜ਼ਿਆਦਾ ਹੈ। 10 ਸਾਲਾਂ 'ਚ 70,000 ਤੋਂ ਜ਼ਿਆਦਾ ਧਰਨੇ ਮੁਜ਼ਾਹਰੇ ਜਾਂ ਹੜਤਾਲਾਂ ਦੇ ਪ੍ਰੋਗਰਾਮ ਜਿਹੜੇ ਲਿਖੇ ਗਏ ਵੱਖ-ਵੱਖ ਕਾਰਨਾਂ ਕਰਕੇ, ਵੱਖ-ਵੱਖ ਪੋਲੀਟੀਕਲ ਪਾਰਟੀਆਂ ਵੱਲੋਂ, ਚਾਹੇ ਕਾਂਗਰਸ ਸੀ, ਚਾਹੇ ਕਿਸਾਨ ਅੰਦੋਲਨ ਚੱਲ ਰਿਹਾ ਸੀ, ਚਾਹੇ ਖੇਤ ਮਜ਼ਦੂਰਾਂ ਦੇ ਅੰਦੋਲਨ ਸੀ, 70,000 ਤੋਂ ਜ਼ਿਆਦਾ। ਤੇ ਜਦੋਂ ਉਹ ਧਰਨੇ ਮੁਜ਼ਾਹਰੇ ਲੱਗ ਰਹੇ ਸੀ, ਆਖਰੀ ਸਾਲ ਤਾਂ ਰਿਕਾਰਡ ਹੀ ਟੁੱਟ ਗਏ ਸੀ। ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਖਿਲਾਫ ਆਖਰੀ ਵਰ੍ਹੇ ਦੇ ਦੌਰਾਨ ਜਿੰਨੇ ਧਰਨੇ ਮੁਜ਼ਾਹਰੇ ਹੋਏ ਲਗਾਤਾਰ, ਉਹਨੇ ਪਿੱਛੇ ਸਾਰੇ ਰਿਕਾਰਡ ਤੋੜ ਦਿੱਤੇ ਸੀਗੇ। ਤੇ ਉਦੋਂ ਇੱਕ ਬਿਆਨ ਆਇਆ ਸੀ ਸੁਖਬੀਰ ਸਿੰਘ ਬਾਦਲ ਦਾ। ਅੱਜ ਜਦੋਂ ਸੁਖਬੀਰ ਸਿੰਘ ਬਾਦਲ ਹਰੀਕੇ ਪੱਤਣ ਬੈਠੇ ਸੀ ਧਰਨਾ ਲਾ ਕੇ, ਤੇ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਸੀ ਕਿ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਜਦੋਂ ਉਹਨਾਂ ਦੀ ਸਰਕਾਰ ਦੇ ਖਿਲਾਫ ਲੋਕ ਧਰਨੇ ਲਾਉਂਦੇ ਸੀ। ਕੀ ਬਿਆਨ ਸੀ? ਉਹਨਾਂ ਨੇ ਕਿਹਾ ਸੀ ਵੀ ਜਿਨ੍ਹਾਂ ਲੋਕਾਂ ਨੂੰ ਘਰ 'ਚ ਕੋਈ ਕੰਮ ਨਹੀਂ, ਉਹ ਬਾਹਰ ਆ ਕੇ ਧਰਨੇ ਲਾਉਣ ਲੱਗ ਪੈਂਦੇ ਆ। ਤੇ ਅੱਜ ਉਹਨਾਂ ਨੂੰ ਆਪਣਾ ਇਹ ਬਿਆਨ ਕਿਉਂ ਨਹੀਂ ਯਾਦ ਆਇਆ? ਦੂਜੀ ਗੱਲ, ਮੈਂ ਇਹ ਕਹਿ ਰਿਹਾ ਹੱਕ ਹੈ ਉਹਨਾਂ ਦਾ ਧਰਨੇ ਲਾਉਣ। ਉਹਨਾਂ ਨੇ ਧਰਨੇ ਲਾਏ ਕਿ ਸਾਡੇ ਖਿਲਾਫ ਹਿੰਸਾ ਹੋਈ ਹੈ। ਉੱਥੇ ਮੱਲਾਂਵਾਲਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਲੋਕਲ ਬਾਡੀਜ਼ ਚੋਣਾਂ ਦੇ ਦੌਰਾਨ ਹਿੰਸਕ ਝੜਪ ਹੋਈ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ। ਇਹਦੇ ਖਿਲਾਫ ਤੇ ਚੋਣ ਨੂੰ ਰੱਦ ਕਰਾਉਣ ਲਈ ਧਰਨੇ ਲਾਏ ਸੀ। ਮੁੱਦਾ ਉਹਨਾਂ ਦਾ ਠੀਕ ਹੈ, ਪਰ ਧਰਨੇ ਲਾਉਂਦੇ ਇੱਕ ਤਾਂ ਆਪਣੀ ਸਰਕਾਰ ਦਾ ਵੇਲਾ ਯਾਦ ਕਰਨ, ਦੂਜਾ ਕੀ ਯਾਦ ਕਰਨ? ਦੂਜਾ ਯਾਦ ਕਰਨ ਵੀ ਤੁਸੀਂ ਧਰਨਾ ਲਾਇਆ, ਤੁਹਾਡਾ ਰਾਈਟ ਹੈ, ਹੱਕ ਹੈ ਤੁਹਾਡਾ, ਲਾਓ, ਪਰ ਘੱਟੋ ਘੱਟ ਜਿਹੜੀਆਂ ਐਮਰਜੈਂਸੀ ਸੇਵਾਵਾਂ ਉਹ ਤਾਂ ਡਿਸਟਰਬ ਨਾ ਹੋਣ। ਹੁਣ ਨਵਾਂ ਸ਼ਹਿਰ, ਕਪੂਰਥਲਾ, ਅੰਮ੍ਰਿਤਸਰ, ਪਠਾਨਕੋਟ, ਬਠਿੰਡਾ, ਲੁਧਿਆਣਾ, ਹੁਸ਼ਿਆਰਪੁਰ, ਫਿਰੋਜ਼ਪੁਰ, ਮਾਨਸਾ, ਸੰਗਰੂਰ, ਬਰਨਾਲਾ, ਮੋਗੇ 'ਚ ਸਵੇਰੇ 10 ਵਜੇ ਤੋਂ ਲੈ ਕੇ 4:30 ਵਜੇ ਤੱਕ ਧਰਨੇ ਲੱਗੇ। ਅੰਮ੍ਰਿਤਸਰ ਤੋਂ ਮਰੀਜ਼ ਲੈ ਕੇ, ਇੱਕ ਪੇਸ਼ੈਂਟ ਲੈ ਕੇ ਇੱਕ ਐਂਬੂਲੈਂਸ ਜਾ ਰਹੀ ਸੀ ਜੰਮੂ ਨੂੰ, 5 ਘੰਟੇ ਟ੍ਰੈਫਿਕ 'ਚ ਫਸੀ ਰਹੀ। ਮਾਧੋਪੁਰ 'ਚ ਜੰਮੂ ਤੋਂ ਗੁਰਦਾਸਪੁਰ ਇੱਕ ਬਰਾਤ ਜਾ ਰਹੀ ਸੀ, ਉਹ 4 ਘੰਟੇ ਜਾਮ ਦੇ ਵਿੱਚ ਫਸੀ ਰਹੀ। ਇਹ ਜਿਹੜੇ ਹੁਣ ਜਿਹੜਾ ਪੇਸ਼ੈਂਟ ਸੀ ਉਹ ਬਚਿਆ ਜਾਂ ਨਹੀਂ ਬਚਿਆ ਸਾਡੇ ਕੋਈ ਦੀ ਖਬਰ ਨਹੀਂ ਹੈ, ਪਰ ਇੱਕ ਸੀਰੀਅਸ ਪੇਸ਼ੈਂਟ ਜਾ ਰਿਹਾ ਹੈ ਐਂਬੂਲੈਂਸ ਲੈ ਕੇ, ਉਹ 5 ਘੰਟੇ ਤੱਕ ਫਸਿਆ ਰਹੇ। ਕਿਸ ਕਿਸਮ ਦਾ ਧਰਨਾ ਸੀ ਇਹ? ਧਰਨੇ ਲਾਉਣ ਵਾਲੇ ਲੋਕ ਇਹ ਚੀਜ਼ ਦਾ ਵੀ ਖਿਆਲ ਰੱਖਦੇ ਆ ਵੀ ਅਸੀਂ ਆਪਣੀ ਮੰਗ ਲਈ ਲੜੀਏ, ਆਪਣੇ ਹੱਕਾਂ ਲਈ ਲੜੀਏ, ਪਰ ਘੱਟੋ ਘੱਟ ਸਧਾਰਨ ਜਿਹੜੇ ਲੋਕ ਹੈ, ਜਿਹੜੇ ਲੋੜਵੰਦ ਲੋਕ ਹੈ, ਉਹਨਾਂ ਨੂੰ ਕੋਈ ਨੁਕਸਾਨ ਤਾਂ ਨਾ ਹੋਵੇ। ਘੱਟੋ ਘੱਟ ਪੇਸ਼ੈਂਟ ਤਾਂ ਬਚ ਜਾਵੇ। ਜੇ ਪੇਸ਼ੈਂਟ ਇੱਕ ਐਂਬੂਲੈਂਸ ਦੇ ਵਿੱਚ ਫਸਿਆ ਹੋਇਆ 5 ਘੰਟੇ ਤੋਂ, ਤੁਸੀਂ ਹਾਲਤ ਦੱਸ ਸਕਦੇ ਹੋ ਉਸ ਪੇਸ਼ੈਂਟ ਦੀ ਤੇ ਉਹਦੇ ਨਾਲ ਉਹਦੇ ਪਰਿਵਾਰਕ ਮੈਂਬਰਾਂ ਦੀ ਕੀ ਹਾਲਤ ਹੋਈ ਹੋਏਗੀ। ਫਿਰ ਜਦੋਂ ਇਹ ਸਾਰਾ ਕੁਝ ਧਰਨਾ ਚੱਲ ਰਿਹਾ ਸੀ, ਸ਼ੁਕਰ ਕਰੋ ਕਿ ਪੰਜਾਬ ਦੇ ਵਿੱਚ ਇੱਕ ਵਕੀਲ ਨੇ, ਵਰਿੰਦਰਪਾਲ ਹੋਰੀ, ਉਹਨਾਂ ਨੇ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ ਸਵੇਰੇ 11 ਵਜੇ। ਪਟੀਸ਼ਨ ਪਾ ਕੇ ਉਹਨਾਂ ਨੇ ਕਿਹਾ ਕਿ ਇਹਦੇ ਤੁਰੰਤ ਇੱਥੇ ਹੋਵੇ ਸੁਣਵਾਈ ਜੀ, ਵੀ ਲੋਕ ਬੜੇ ਪਰੇਸ਼ਾਨ ਆ, ਲੋਕਾਂ ਨੂੰ ਰਾਹਤ ਮਿਲੇ। ਤਾਂ ਸਪੈਸ਼ਲ ਸੁਣਵਾਈ ਇੱਥੇ ਹੋਈ। ਹਾਈ ਕੋਰਟ ਨੇ 4 ਘੰਟਿਆਂ 'ਚ ਨੋਟਿਸ ਜਾਰੀ ਕੀਤਾ, ਸਰਕਾਰ ਨੂੰ ਨੋਟਿਸ ਜਾਰੀ ਕੀਤਾ ਕਿ ਤੁਸੀਂ ਇਹਦਾ ਪ੍ਰਬੰਧ ਕਿਉਂ ਨਹੀਂ ਕਰਦੇ। ਸਰਕਾਰ ਨੇ ਉਸ ਵੇਲੇ ਇਰਾਦਾ ਕਤਲ ਦੀ ਧਾਰਾ ਜਿਹੜੀ ਲਾਈ ਸੀ ਅਕਾਲੀ ਦਲ ਦੇ ਲੀਡਰਾਂ ਦੇ ਖਿਲਾਫ, ਉਹ ਵਾਪਸ ਲਈ, ਤਾਂ ਜਾ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਧਰਨੇ ਚੁੱਕੇ ਹੈ। ਧਰਨੇ ਲਾਉਣਾ ਉਹਨਾਂ ਦਾ ਹੱਕ ਹੈ, ਜਮਹੂਰੀ ਤੌਰ ਦੇ ਉੱਤੇ ਲਾਉਣ ਧਰਨੇ। ਲੋਕਾਂ ਦੀ ਲੜਾਈ ਉਹ ਲੜਨ, ਪਰ ਕੇਵਲ ਇਸ ਗੱਲ ਦੀ ਲੜਾਈ ਨਾ ਲੜਨ ਵੀ ਅਕਾਲੀ ਦਲ ਦੇ ਲੋਕਾਂ ਦੇ ਝੂਠੇ ਪਰਚੇ ਦਰਜ ਹੋ ਰਹੇ ਨੇ,
ਝੂਠੇ ਪਰਚੇ 10 ਸਾਲ ਤੱਕ ਲੋਕਾਂ ਤੇ ਅਕਾਲੀ ਦਲ ਦੀ ਹੁਕੂਮਤ ਦੇ ਦੌਰਾਨ ਬੜੇ ਵੱਡੇ ਪੱਧਰ ਤੇ ਦਰਜ ਹੋਏ ਸੀ। ਝੂਠੇ ਪਰਚੇ ਇੱਕ ਮਸਲਾ ਲਾਜ਼ਮੀ ਤੌਰ ਦੇ ਉੱਤੇ ਹੈਗਾ, ਪਰ ਪੰਜਾਬ ਦੇ ਲੋਕਾਂ ਦੀ ਉਮੀਦ ਜਿਹੜੀ ਹੈ ਆਪੋਜੀਸ਼ਨ ਤੋਂ, ਆਮ ਆਦਮੀ ਪਾਰਟੀ ਤੋਂ ਵੀ ਤੇ ਅਕਾਲੀ ਦਲ ਤੋਂ ਵੀ, ਜੇ ਉਹਨਾਂ ਨੇ ਦੁਬਾਰਾ ਸੱਤਾ ਚਾਉਣਾ, ਜਿਹੜੀਆਂ ਧਮਕੀਆਂ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਵੀ ਮੈਂ ਨੋਟ ਕਰਾ ਦਿੱਤਾ, ਡੈਡੀ ਤੇ ਨੋਟ ਕਰਾ ਦਿੱਤਾ, ਫਲਾਣੇ ਫਲਾਣੇ ਪੁਲਿਸ ਅਫਸਰ ਦਾ ਨਾਂ, ਸਾਡੀ ਸਰਕਾਰ ਆਉਂਦੀ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਢਾਵਾਂਗੇ, ਇਦਾਂ ਦੇ ਭਾਸ਼ਣ ਕਰਨ ਦੀ ਥਾਂ ਦੇ ਉੱਤੇ, ਇਦਾਂ ਦੀਆਂ ਧਮਕੀਆਂ ਦੇਣ ਦੀ ਥਾਂ ਦੇ ਉੱਤੇ ਉਹਨਾਂ ਨੂੰ ਲੋਕਾਂ ਲਈ ਕੰਮ ਕਰਨਾ ਚਾਹੀਦਾ। ਤੇ ਲੋਕਾਂ ਲਈ ਕੰਮ ਕਰਦਿਆਂ ਹੋਇਆ ਜਿਹੜੇ ਆਮ ਜਨ ਹੈ, ਸਧਾਰਨ ਲੋਕ ਜਿਹੜੇ ਹੈ, ਉਹਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ। ਧਰਨੇ ਲਾਓ, ਮੁਜ਼ਾਹਰੇ ਕਰੋ, ਹੜਤਾਲਾਂ ਕਰੋ, ਤੁਹਾਡਾ ਜਮਹੂਰੀ ਹੱਕ ਹੈ, ਇਹ ਬਰਕਰਾਰ ਰਹਿਣਾ ਚਾਹੀਦਾ ਜਮਹੂਰੀ ਹੱਕ, ਪਰ ਤੁਹਾਨੂੰ ਵੇਲ ਵੀ ਰੱਖਣੀ ਚਾਹੀਦੀ ਹੈ, ਥੋੜੀ ਸਪੇਸ ਰੱਖਣੀ ਚਾਹੀਦੀ ਹੈ ਵੀ ਜਿਹੜੇ ਲੋਕ ਪੀੜਤ ਲੋਕ ਹੈ ਉਹ ਹੋਰ ਪੀੜਤ ਨਾ ਹੋਣ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਦਿਆਂ ਆਪਣੀ ਲੜਾਈ ਲੜਨੀ ਚਾਹੀਦੀ ਹੈ। ਲੜਾਈ ਲੜਨ ਦੇ ਤਰੀਕੇ ਵੱਖਰੇ ਵੱਖਰੇ ਹੋ ਸਕਦੇ ਆ, ਪਰ ਲੋਕਾਂ ਦੀ ਮੁਸੀਬਤ ਨੂੰ ਧਿਆਨ 'ਚ ਰੱਖਿਆ ਜਾਣਾ ਲਾਜ਼ਮੀ ਹੈ। ਤੇ ਆਪਣੀ ਸਰਕਾਰ ਦੇ ਦੌਰਾਨ 10 ਸਾਲ ਜਿਹੜੇ ਕੰਮ ਕੀਤੇ ਸੀ, ਉਹ ਜੇ ਫੇਰ ਤੋਂ ਸਰਕਾਰ 'ਚ ਆ ਕੇ ਉਹੀ ਕੁਝ ਕਰਨਾ ਹੈ, ਇਸ ਗੱਲ ਨੂੰ ਵੀ ਧਿਆਨ 'ਚ ਰੱਖਣਾ ਜ਼ਰੂਰੀ ਹੈ ਜੀ। ਦੋਸਾਂਝ ਸਾਹਿਬ, ਆਪਾਂ ਭਾਰਤ ਦੇ ਮੌਜੂਦਾ ਹਾਲਾਤ ਵੱਲ ਜਰਾ ਝਾਤ ਮਾਰਦੇ ਹਾਂ। ਜਦੋਂ ਤੋਂ ਭਾਰਤ 'ਚ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ, ਹਰ ਖੇਤਰ 'ਚ ਹਿੰਸਾ ਵਧੀ ਹੈ। ਗਾਂ ਦੇ ਨਾਂ ਤੇ ਹੀ ਹੁੰਦੀ ਹਿੰਸਾ ਨੇ ਪਿਛਲੇ ਸਾਲਾਂ 'ਚ 29 ਲੋਕਾਂ ਦੀ ਜਾਨ ਲੈ ਲਈ ਹੈ। ਇਸ ਹਿੰਸਾ ਦੀ ਸਿਆਸਤ ਪਿੱਛੇ ਤੁਸੀਂ ਕੀ ਕਹਿਣਾ ਚਾਹੋਗੇ, ਜਾਂ ਇਹ ਜਿਹੜੀ ਹਿੰਸਾ ਦੀ ਸਿਆਸਤ ਹੈ ਇਹ ਕਿੱਥੇ ਤੱਕ ਜਾਏਗੀ? ਹਾਂਜੀ, ਹਿੰਸਾ ਸਾਡੇ ਦੇਸ਼ ਦੇ ਵਿੱਚ ਅੱਜ ਕੱਲ੍ਹ ਇਹ ਲੱਗਦਾ ਜਿੱਦਾਂ ਆਮ ਜਿਹੀ ਹੋ ਗਈ ਹੁੰਦੀ ਹੈ। ਹਰ ਮਾਮਲੇ ਤੇ ਹਿੰਸਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਰਹੀ ਹੈ। ਹੁਣੇ ਤਾਜ਼ਾ ਘਟਨਾ ਰਾਜਸਥਾਨ ਦੀ ਹੈ, ਜਿੱਥੇ ਇੱਕ ਵਿਅਕਤੀ ਨੇ ਇੱਕ ਮੁਸਲਿਮ ਭਾਈਚਾਰੇ ਦੇ ਵਿਅਕਤੀ ਨੂੰ, ਜਿਹੜਾ ਕਦੇ ਉਹਦਾ ਮਿੱਤਰ ਹੋਇਆ ਕਰਦਾ ਸੀ, ਇੰਨੀ ਬੇਰਹਿਮੀ ਨਾਲ ਉਹਨੂੰ ਮਾਰਿਆ। ਪਹਿਲਾਂ ਉਹਦੇ ਤੇ ਪਿੱਛੋਂ ਵਾਰ ਕੀਤੇ ਗਿਣਤੀ ਦੇ ਨਾਲ 18 ਵਾਰ। ਉਸ ਤੋਂ ਬਾਅਦ ਉਹਦੇ ਤੇ ਫਿਰ ਤਲਵਾਰ ਕੱਢ ਕੇ ਜਦੋਂ ਮਰ ਵੀ ਗਿਆ ਸੀ, ਉਹਦੇ ਤੇ ਲਗਾਤਾਰ ਵਾਰ ਕੀਤੇ। ਫਿਰ ਵੀ ਉਹਦਾ ਮਨ ਨਹੀਂ ਭਰਿਆ ਤੇ ਉਹਨੇ ਉਹਦੇ ਤੇ ਪੈਟਰੋਲ ਛਿੜਕ ਕੇ ਉਹਨੂੰ ਅੱਗ ਲਾ ਦਿੱਤੀ। ਇਹ ਵੀਡੀਓ ਵੀ ਵਾਇਰਲ ਹੋਈ, ਬਹੁਤ ਸਾਰੇ ਦੋਸਤਾਂ ਨੇ ਵੀਡੀਓ ਦੇਖੀ ਹੋਣੀ, ਦੇਖੀ ਵੀ ਨਹੀਂ ਜਾ ਸਕਦੀ ਵੀਡੀਓ, ਜਿਸ ਕਿਸਮ ਦੀ ਭਿਆਨਕ ਕਿਸਮ ਦੀ ਉਹ ਵੀਡੀਓ ਹੈਗੀ ਹੈ। ਤੇ ਉਹ ਵੀਡੀਓ ਵੀ ਉਹਨੇ ਆਪ ਆਪਣੇ ਭਾਣਜੇ ਤੋਂ ਸ਼ੂਟ ਕਰਵਾਈ, ਤੇ ਫਿਰ ਉਹ ਵੀਡੀਓ ਦੇ ਵਿੱਚ ਮਰਡਰ ਕਰਨ ਤੋਂ ਬਾਅਦ ਧਮਕੀ ਦੇ ਰਿਹਾ, ਇਹ ਕਹਿ ਕੇ ਕਿ ਜਿਹਾਦ ਕਰਨੋਂ ਹਟ ਜਾਓ। ਯਾਨੀ ਉਹ ਸਧਾਰਨ ਮੁਸਲਿਮ ਭਾਈਚਾਰੇ ਦਾ ਬੰਦਾ ਸੀਗਾ, ਉਹਦਾ ਕਿਸੇ ਦੇ ਮਿੱਤਰ ਵੀ ਰਿਹਾ, ਤੇ ਕਹਿ ਰਿਹਾ ਜਿਹਾਦ ਕਰਨੋਂ ਹਟ ਜਾਓ, ਨਹੀਂ ਤਾਂ ਤੁਹਾਡੇ ਸਾਰਿਆਂ ਦੀ ਹਾਲਤ ਇਹ ਕਰ ਦਿੱਤੀ ਜਾਏਗੀ। ਇਹ ਕੁਝ ਸਾਡੇ ਮੁਲਕ 'ਚ ਹੋਣ ਲੱਗ ਪਿਆ। ਪਰ ਜਿਹੜੀ ਹਿੰਸਾ ਗਾਂ ਦੇ ਨਾਂ ਤੇ ਹੋਈ ਹੈ, ਉਹਦੇ 'ਚ ਜਿੰਨੀ ਤੇਜ਼ੀ ਆਈ ਹੈ, ਜਿੰਨਾ ਵਾਧਾ ਹੋਇਆ 2014 ਤੋਂ ਬਾਅਦ, ਉਹ ਹੈਰਾਨੀਜਨਕ ਤਾਂ ਹੈ ਹੀ, ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਵਾਲਾ ਹੈ। ਬਕਾਇਦਾ ਸਾਡੇ ਕੋਲ ਇੱਕ ਡਾਟਾ ਆਇਆ, ਪਹਿਲਾਂ ਰਾਜਸਥਾਨ ਦਾ ਆਪਾਂ ਹੁਣੇ ਜ਼ਿਕਰ ਕੀਤਾ, ਉਹ ਭਾਵੇਂ ਗਾਂ ਦੇ ਨਾਂ ਤੇ ਹਿੰਸਾ ਨਹੀਂ ਸੀ, ਪਰ ਇੱਕ ਲਵ ਜਿਹਾਦ ਦੇ ਨਾਂ ਦੇ ਉੱਤੇ ਹਿੰਸਾ ਕੀਤੀ ਗਈ। ਜੇ ਗਾਂ ਦੇ ਨਾਂ ਤੇ ਹਿੰਸਾ ਦੀ ਗੱਲ ਕਰੀਏ, ਗਊ ਮਾਤਾ ਕਿਹਾ ਜਾ ਰਿਹਾ ਹੈ ਕਿ ਗਊ ਸਾਡੀ ਮਾਤਾ ਹੈ, ਤੇ ਗਾਂ ਦੇ ਨਾਂ ਦੇ ਉੱਤੇ ਲੋਕਾਂ ਨੂੰ ਮਾਰਿਆ ਜਾ ਰਿਹਾ, ਮਾਰਨ ਤੱਕ ਗੱਲ ਜਾ ਰਹੀ ਹੈ। ਕਿੰਨਾ ਕੁ ਆਪਣੀ ਮਾਤਾ ਨੂੰ, ਗਊ ਮਾਤਾ ਨੂੰ ਪਿਆਰ ਕਰਦੇ ਹੋਣਗੇ ਲੋਕ ਜਿਹੜੇ ਮਨੁੱਖੀ ਜਾਨਾਂ ਲੈ ਰਹੇ ਆ। ਰਾਜਸਥਾਨ ਦੇ ਵਿੱਚ ਹੀ ਇੱਕ ਡੇਅਰੀ ਵਪਾਰੀ ਦਾ ਮਰਡਰ ਕਰ ਦਿੱਤਾ ਗਿਆ ਪਿੱਛੇ ਜੇ। ਤੇ 1917 ਵਿੱਚ ਜਿਹੜਾ ਇਹ ਸਾਲ ਚੱਲ ਰਿਹਾ, ਆਖਰੀ ਮਹੀਨਾ ਚੱਲ ਰਿਹਾ ਇਸ ਸਾਲ ਦਾ, ਗਾਂ ਦੇ ਨਾਂ ਤੇ ਜਿਹੜੀ ਹਿੰਸਾ ਹੋਈ ਹੈ, ਉਹਦੇ 'ਚ ਮਾਰੇ ਜਾਣੇ ਵਾਲੇ ਲੋਕ ਜਿਹੜੇ ਹੈ 2017 ਦੇ ਵਿੱਚ 11 ਹੋ ਗਏ ਆ। ਡਾਟਾ ਵੈਬਸਾਈਟ ਹੈ ਕਿ ਇੰਡੀਆ ਸਪੈਂਡ, ਉਹਦੇ 'ਚ ਇਹ ਦਾਅਵਾ ਕੀਤਾ ਗਿਆ, ਤੇ ਇਹ ਡਾਟੇ ਦੇ ਮੁਤਾਬਕ ਜਿਹੜੀ ਰਿਪੋਰਟ ਆਈ ਹੈ, 2017 'ਚ ਗਊ ਦੇ ਨਾਂ ਤੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਹਿੰਸਾ ਹੋਈ ਹੈ। ਹਿੰਸਾ ਦੀਆਂ ਘਟਨਾਵਾਂ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖਰੇ ਵੱਖਰੇ ਕਾਰਨਾਂ ਕਰਕੇ ਵੀ ਲਗਾਤਾਰ ਹੋ ਰਹੀਆਂ, ਪਰ ਗਊ ਦੇ ਨਾਂ ਦੇ ਉੱਤੇ 2017 'ਚ ਸਭ ਤੋਂ ਜ਼ਿਆਦਾ ਹਿੰਸਾ ਜੀ ਹੋਈ ਹੈ, ਤੇ ਗਊ ਦੇ ਨਾਂ ਤੇ ਹੋਈ ਹੈ। ਦੇਖੋ 2010 ਤੇ 2011 'ਚ ਗਊ ਦੇ ਨਾਂ ਤੇ ਕੋਈ ਹਿੰਸਾ ਦਾ ਇੱਕ ਵੀ ਕੇਸ ਭਾਰਤ ਦੇ ਵਿੱਚ ਦਰਜ ਨਹੀਂ ਸੀ, ਪਰ 2012 ਤੋਂ ਬਾਅਦ ਪਿਛਲੇ 6 ਸਾਲਾਂ 'ਚ ਗਊ ਰੱਖਿਆ ਦੇ ਨਾਂ ਦੇ ਉੱਤੇ 29 ਲੋਕ ਮਾਰੇ ਜਾ ਚੁੱਕੇ ਆ ਭਾਰਤ ਦੇ ਵਿੱਚ, 29 ਲੋਕ। ਤੇ 2014 ਤੋਂ ਬਾਅਦ ਬਹੁਤ ਜ਼ਿਆਦਾ ਤੇਜ਼ੀ ਹੋਈ ਹੈ ਇਹਦੇ ਦੇ ਵਿੱਚ। ਜਿਹੜੇ ਸਾਡੇ ਕੋਲ ਅੰਕੜੇ ਹੈ, ਉਹਦੇ ਮੁਤਾਬਕ 2012 'ਚ ਜੇ ਘਟਨਾਵਾਂ ਦੀ ਗੱਲ ਕਰੀਏ, ਮੌਤਾਂ ਤਾਂ ਹੋ ਗਈਆਂ 29 ਜਿਹੜਾ ਮੈਂ ਜ਼ਿਕਰ ਕੀਤਾ। 2012 'ਚ ਇੱਕ ਘਟਨਾ ਹੋਈ ਹਿੰਸਾ ਦੀ, 2010-11 'ਚ ਇੱਕ ਵੀ ਨਹੀਂ ਸੀ ਹੋਈ, 2013 'ਚ ਵੀ ਇੱਕੋ ਘਟਨਾ ਹੋਈ। 2014 'ਚ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਆਉਂਦੀ ਹੈ ਭਾਰਤ ਦੇ ਵਿੱਚ, RSS ਦੀ ਪੋਲੀਟੀਕਲ ਵਿੰਗ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ, 2014 'ਚ ਜਦੋਂ ਸਰਕਾਰ ਆਈ ਮੋਦੀ ਸਾਹਿਬ ਦੀ, 3 ਹਿੰਸਾ ਦੀਆਂ ਘਟਨਾਵਾਂ ਹੋਈਆਂ ਇੱਕ ਸਾਲ ਦੇ ਵਿੱਚ। ਫਿਰ ਇੱਕਦਮ ਤੇਜ਼ੀ ਆਈ, ਜਿੱਦਾਂ ਜਿੱਦਾਂ ਹਿੰਸਾ ਵਧੀ ਤੇ ਗਊ ਦੇ ਨਾਂ ਦੇ ਉੱਤੇ ਰਾਜਨੀਤੀ ਹੋਣ ਲੱਗੀ। 2015 'ਚ 12 ਕੇਸ ਆਏ ਆ ਹਿੰਸਾ ਦੇ ਗਊ ਦੇ ਨਾਂ ਤੇ, 2016 'ਚ ਇਹ ਕੇਸ 24 ਹੋ ਗਏ, ਤੇ 2017 ਇਹ ਜਿਹੜਾ ਸਾਲ ਚੱਲ ਰਿਹਾ ਹੈ,
37 ਕੇਸ ਹਿੰਸਾ ਦੇ ਹੋਇਆ ਗਊ ਦੇ ਨਾਂ ਤੇ। ਇਹਦਾ ਮਤਲਬ ਸਰਕਾਰ ਦੀ ਚੁੱਪੀ ਤੇ ਸਰਕਾਰ ਚਲਾ ਰਹੀ ਜਿਹੜੀ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਉਹਦੇ ਵੱਖਰੇ ਵੱਖਰੇ ਜਿਹੜੇ ਵਿੰਗ ਹੈ ਉਹਨਾਂ ਵੱਲੋਂ ਸਰਪ੍ਰਸਤੀ ਜਿਹੜੀ ਇਹਨਾਂ ਹੁੱਲੜਬਾਜ਼ਾਂ ਨੂੰ ਦਿੱਤੀ ਗਈ ਹੈ, ਉਹਦੇ ਕਰਕੇ ਇੰਨੀਆਂ ਹਿੰਸਾ ਦੀਆਂ ਘਟਨਾਵਾਂ ਹੋਈਆਂ। ਉੱਤਰ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਹਮਲੇ ਹੁੰਦੇ ਆ। ਪਹਿਲਾਂ ਜਿਹੜਾ ਸਾਊਥ ਸੀ ਉੱਥੇ ਬਿਲਕੁਲ ਵੀ ਹਿੰਸਾ ਨਹੀਂ ਸੀ ਹੁੰਦੀ। ਹੁਣ ਇਹ ਜ਼ਰੂਰ ਹੈ ਕਿ 2015 ਤੱਕ ਗਊ ਦੇ ਨਾਲ ਰਿਲੇਟਡ ਜਿਹੜੀ ਵਾਇਲੈਂਸ ਹੋਈ ਹੈ ਉਹਦੀਆਂ 76% ਘਟਨਾਵਾਂ ਜਿਹੜੀਆਂ ਇਕੱਲੇ ਨਾਰਥ 'ਚ ਹੋਈਆਂ ਤੇ ਕੁਝ ਜਿਹੜੀਆਂ ਘਟਨਾਵਾਂ ਉਹ ਸਾਊਥ ਵਿੱਚ ਵੀ ਹੁਣ ਹੋਣ ਲੱਗ ਪਈਆਂ। ਪਰ ਫਿਰ ਵੀ ਸਭ ਤੋਂ ਜ਼ਿਆਦਾ ਘਟਨਾਵਾਂ ਜਿਹੜੀਆਂ 76% ਜਿਹੜੀਆਂ ਉਹ ਉੱਤਰੀ ਭਾਰਤ ਦੇ ਵਿੱਚ ਹੋ ਰਹੀਆਂ। ਯਾਨੀ ਜਿਹੜੀਆਂ 8 ਸਾਲਾਂ ਦੇ ਵਿੱਚ ਹਿੰਸਾ ਦੀਆਂ ਘਟਨਾਵਾਂ ਹੋਈਆਂ ਗਊ ਦੇ ਨਾਂ ਦੇ ਉੱਤੇ 78 ਟੋਟਲ ਘਟਨਾਵਾਂ ਹੋਈਆਂ ਤੇ ਇਹਦੇ ਚੋਂ 50 ਘਟਨਾਵਾਂ ਜਿਹੜੀਆਂ ਆ ਉਹ ਨਾਰਥ ਇੰਡੀਆ ਦੇ ਵਿੱਚ ਹੋਈਆਂ। ਤੇ ਇਸ ਤੋਂ ਅਗਲੀ ਖਤਰਨਾਕ ਗੱਲ ਇਹ ਹੈ ਕਿ ਜਿਹੜੀ ਇਹ ਹਿੰਸਾ ਹੁੰਦੀ ਹੈ, ਲੋਕ ਮਾਰੇ ਜਾਂਦੇ ਆ, ਉਹ ਲੋਕ ਕੌਣ ਨੇ? ਉਹ ਬਹੁਤੇ ਮੁਸਲਿਮ ਭਾਈਚਾਰੇ ਚੋਂ, ਜਿਹੜੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਘੱਟ ਗਿਣਤੀ ਹੈ। 2022 ਤੋਂ ਹੁਣ ਤੱਕ ਜਿਹੜੇ ਗਊ ਦੇ ਨਾਂ ਤੇ ਹਿੰਸਾ ਹੁੰਦੀਆਂ 78 ਘਟਨਾਵਾਂ, ਇਹ 'ਚ 97% ਜਿਹੜੀ ਵਾਇਲੈਂਸ ਹੋਈ ਹੈ ਪਿਛਲੇ 3 ਸਾਲਾਂ 'ਚ ਹੋਈ। ਤੇ ਇਹਨਾਂ ਘਟਨਾਵਾਂ ਜਿਹੜੇ 29 ਲੋਕ ਮਾਰੇ ਗਏ ਉਹਨਾਂ 'ਚ 25 ਜਿਹੜੇ ਮੁਸਲਿਮ ਕਮਿਊਨਿਟੀ ਤੋਂ ਸੀ, ਮੁਸਲਿਮ ਭਾਈਚਾਰੇ ਤੋਂ ਸੀ। ਇਹਦੇ ਵਿੱਚ ਜਿਹੜੇ ਜ਼ਖਮੀ ਹੋਏ ਲੋਕ ਹੈ ਉਹਦੇ 'ਚ ਜੇ ਕੁੱਲ ਆਪਾਂ ਸਾਰੀਆਂ ਚੀਜ਼ਾਂ ਜੋੜ ਲਈਏ ਤਾਂ 273 ਲੋਕ ਇਹਦੇ 'ਚ ਜ਼ਖਮੀ ਵੀ ਹੋਏ ਆ, ਜਿਹਦੇ 'ਚ 53% ਮੁਸਲਿਮ ਭਾਈਚਾਰੇ 'ਚੋਂ ਹੈ, 12% ਜਿਹੜੇ ਆ ਦਲਿਤ ਹੈ ਤੇ 10% ਬਾਕੀ ਲੋਕ ਇਹਦੇ ਸ਼ਿਕਾਰ ਹੋਏ ਆ। ਸ਼ਿਕਾਰ ਜਿਹੜੇ ਲੋਕ ਹੋਏ ਆ ਹਿੰਸਾ ਦੇ, ਜਿਸ 'ਚੋਂ ਬਹੁਤੇ ਮਾਰੇ ਵੀ ਗਏ, ਉਹ 'ਚ 84% ਮਰਦ ਸੀ, 9% ਔਰਤਾਂ ਸੀ ਤੇ ਬਾਕੀ ਬੱਚੇ, ਯਾਨੀ ਬੱਚਿਆਂ ਤੱਕ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਇੱਕ ਗੱਲ ਹੋਰ ਹੈ ਵੀ 78 ਕੇਸਾਂ ਵਿੱਚੋਂ 26 ਦੇ ਵਿੱਚ ਪੁਲਿਸ ਨੇ ਜਿਹੜੇ ਪੀੜਤ ਲੋਕ ਹੈ ਉਹਨਾਂ ਦੇ ਖਿਲਾਫ ਹੀ ਕੇਸ ਦਰਜ ਕਰ ਲਿਆ। ਯਾਨੀ ਜਿਨ੍ਹਾਂ ਦੇ ਵਿਰੁੱਧ ਹਿੰਸਾ ਹੋਈ ਉਹਨਾਂ ਦੇ ਖਿਲਾਫ ਹੀ 78 ਕੇਸਾਂ ਵਿੱਚੋਂ 76 ਵਿੱਚ ਪੁਲਿਸ ਨੇ ਜਿਹੜਾ ਪੀੜਤ ਬੰਦਾ ਉਹਦੇ ਖਿਲਾਫ ਹੀ ਕੇਸ ਦਰਜ ਕਰ ਲਿਆ ਕਿ ਤੁਸੀਂ ਗਊ ਰੱਖਿਆ ਦਾ ਜਿਹੜਾ ਕਾਨੂੰਨ ਬਣਿਆ ਉਹਦੀ ਉਲੰਘਣਾ ਕਰ ਰਹੇ ਹੋ। ਇਹ ਸਾਡੇ ਦੇਸ਼ ਦੀ ਹਾਲਤ ਹੈ। ਜੇ ਇਦਾਂ ਇਹ ਹਾਲਤ ਰਹੀ ਤੇ 2019 ਦੇ ਵਿੱਚ ਜੇ ਭਾਰਤੀ ਜਨਤਾ ਪਾਰਟੀ ਸਰਕਾਰ ਫਿਰ ਰਿਪੀਟ ਹੋਈ ਤਾਂ ਫਿਰ ਗਊ ਦੇ ਨਾਂ ਤੇ ਹਿੰਸਾ ਤੇ ਧਰਮ ਦੇ ਨਾਂ ਤੇ ਹਿੰਸਾ ਤੇ ਬਾਕੀ ਮਾਮਲਿਆਂ ਦੇ ਵਿੱਚ ਵੀ ਜਿਹੜੀ ਅਸਹਿਣਸ਼ੀਲਤਾ ਵਾਲਾ ਮਾਹੌਲ ਜਿਹੜਾ ਇਸ ਸਰਕਾਰ ਦੇ ਚੱਲਦਿਆਂ ਬਣਿਆ ਹੋਇਆ ਉਹਦੇ 'ਚ ਕਿੰਨਾ ਵਾਧਾ ਹੋਏਗਾ ਇਹਦਾ ਸਿਰਫ ਤੇ ਸਿਰਫ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਇਸ ਖਤਰਨਾਕ ਮੁਕਾਮ ਤੇ ਸਾਡਾ ਮੁਲਕ ਨਰਿੰਦਰ ਮੋਦੀ ਦੀ ਅਗਵਾਈ ਚੱਲਦੀ ਸਰਕਾਰ ਦੇ ਦੌਰਾਨ ਪਹੁੰਚ ਗਿਆ ਹੈ। ਇਹ ਗੱਲ ਯਾਦ ਰੱਖਣ ਵਾਲੀ ਗੱਲ ਹੈ। 2019 'ਚ ਜੇ ਭਾਰਤ ਦੇ ਲੋਕ ਇਸ ਗੱਲ ਨੂੰ ਯਾਦ ਰੱਖ ਕੇ ਵੋਟ ਕਰਨਗੇ ਤਾਂ ਲਾਜ਼ਮੀ ਤੌਰ ਤੇ ਬਦਲ ਜਾਏਗੀ ਤਸਵੀਰ, ਨਹੀਂ ਤਾਂ ਇਸ ਤਸਵੀਰ ਜਿਹੜੀ ਹੈ ਹੋਰ ਵੀ ਭਿਆਨਕ ਹੋਣ ਦੀ ਸੰਭਾਵਨਾ ਹੈ। ਜੀ, ਹਿੰਸਾ ਦੀ ਗੱਲ ਕਰ ਰਹੇ ਹਾਂ ਆਪਾਂ ਤਾਂ ਇਹ ਭਾਸ਼ਾ ਦੇ ਖੇਤਰ ਵਿੱਚ ਵੀ ਜਾ ਵੜੀ ਹੈ। ਰਾਜਨੀਤਿਕ ਭਾਸ਼ਾ ਤੋਂ ਲੈ ਕੇ ਫੇਸਬੁੱਕੀ ਭਾਸ਼ਾ ਤੱਕ ਭਾਸ਼ਾ ਦੀ ਮਰਿਆਦਾ ਦੀਆਂ ਧੱਜੀਆਂ ਉੱਡ ਰਹੀਆਂ ਨੇ। ਤਾਜ਼ਾ ਮਾਮਲਾ ਮਨੀਸ਼ੰਕਰ ਅਈਅਰ ਦਾ, ਕੀ ਕਹਿਣਾ ਚਾਹੋਗੇ ਤੁਸੀਂ? ਜੀ, ਜਿਵੇਂ ਮੈਂ ਪਿਛਲੇ ਸਵਾਲ ਦੇ ਜਵਾਬ 'ਚ ਕਹਿ ਰਿਹਾ ਸੀ ਕਿ ਹਿੰਸਾ ਵਿਆਪਕ ਤੌਰ ਦੇ ਉੱਤੇ ਭਾਰਤ ਦੇ ਵਿੱਚ ਹੋ ਰਹੀ ਹੈ ਤੇ ਹਰ ਖੇਤਰ ਵਿੱਚ ਘੁਸਪੈਠ ਕਰ ਚੁੱਕੀ ਹੈ। ਤੇ ਇਹ ਘੁਸਪੈਠ ਕਰਨ ਦਾ ਇੱਕ ਰਾਜਨੀਤਿਕ ਕਾਰਨ ਇਹ ਹੈ ਕਿਉਂਕਿ ਸਾਡੀ ਰਾਜਨੀਤਿਕ ਭਾਸ਼ਾ ਵੀ ਮਰਿਆਦਾ ਜਿਹੜੀ ਹੈ ਉਹਦਾ ਪੂਰੀ ਤਰ੍ਹਾਂ ਉਲੰਘਣ ਕਰ ਰਹੀ ਹੈ। ਤੇ ਕੋਈ ਇੱਕ ਪੋਲੀਟੀਕਲ ਪਾਰਟੀ ਨਹੀਂ ਕਰ ਰਹੀ, ਲਗਭਗ ਸਾਰੀਆਂ ਪਾਰਟੀਆਂ ਕਰ ਰਹੀਆਂ, ਚਾਹੇ ਉਹ ਸਟੇਟ ਲੈਵਲ ਦੇ ਪਾਰਟੀਆਂ, ਚਾਹੇ ਤੁਸੀਂ ਪੰਜਾਬ ਦੀ ਗੱਲ ਕਰ ਲਓ, ਚਾਹੇ ਕਿਸੇ ਵੀ ਸੂਬੇ ਦੀ ਗੱਲ ਕਰ ਲਓ, ਚਾਹੇ ਨੈਸ਼ਨਲ ਪੋਲਿਟਿਕਸ ਹੈ। ਸਾਡੀ ਪੋਲਿਟਿਕਸ ਦੇ ਵਿੱਚ ਸਾਡੀ ਰਾਜਸੀ ਜਿਹੜਾ ਸੱਭਿਆਚਾਰ ਜਿਹੜਾ ਆ ਉਹ ਇੰਨਾ ਨਿਵਾਣਾ ਵੱਲ ਚਲਾ ਗਿਆ ਵੀ ਉੱਥੇ ਸ਼ਬਦਾਂ ਦੀ ਮਰਿਆਦਾ ਉਲੰਘੀ ਜਾ ਰਹੀ ਹੈ। ਸ਼ਬਦਾਂ ਦਾ ਸ਼ੀਲ ਜਿਹੜਾ ਆ ਉਹਨੂੰ ਭੰਗ ਕੀਤਾ ਜਾ ਰਿਹਾ। ਤਾਜ਼ਾ ਘਟਨਾਕ੍ਰਮ ਕੀ ਹੈ? ਤਾਜ਼ਾ ਘਟਨਾਕ੍ਰਮ ਹੈਗਾ ਮਨੀਸ਼ੰਕਰ ਅਈਅਰ ਦਾ। ਮਨੀਸ਼ੰਕਰ ਅਈਅਰ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਹੈ। ਅਕਸਰ ਆਪਣੀਆਂ ਵਿਵਾਦਗ੍ਰਸਤ ਟਿੱਪਣੀਆਂ ਕਰਕੇ ਉਹ ਚਰਚਾ 'ਚ ਰਹਿੰਦੇ ਆ। ਕਾਂਗਰਸ ਦੇ ਸੀਨੀਅਰ ਲੀਡਰ ਹੋਣਾ ਹੋਰ ਗੱਲ ਹੈ, ਪਰ ਵਿਵਾਦਗ੍ਰਸਤ ਟਿੱਪਣੀਆਂ ਕਰਕੇ ਚਰਚਾ 'ਚ ਰਹਿਣ ਦੀ ਜਿਹੜੀ ਭੁੱਖ ਹੈ ਹੋਰ ਗੱਲ ਹੈ। ਇਹ ਚਰਚਾ 'ਚ ਰਹਿਣ ਦੀ ਭੁੱਖ ਹੈ ਕਿ ਗੁਜਰਾਤ ਦੀਆਂ ਚੋਣਾਂ ਸਿਰ ਤੇ ਮਨੀਸ਼ੰਕਰ ਅਈਅਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਨੀਚ ਸ਼ਬਦ ਦੀ ਵਰਤੋਂ ਕਰਦੇ ਆ। ਨੀਚ ਸ਼ਬਦ ਦੀ ਵਰਤੋਂ ਕਰਨ ਤੋਂ ਬਾਅਦ ਜਿਹੜੀ ਗੁਜਰਾਤ ਦੀ ਸਾਰੀ ਜਿਹੜੀ ਇਲੈਕਸ਼ਨ ਦੀ ਦੋਨਾਂ ਪਾਸਿਆਂ ਦੇ ਉੱਤੋਂ ਜਿਹੜੀ ਕੰਪੇਨ ਸੀ ਉਹਦੇ ਵਿੱਚ ਇਸ ਮਾਮਲੇ ਨੂੰ ਉਛਾਲਿਆ ਗਿਆ। ਭਾਰਤੀ ਜਨਤਾ ਪਾਰਟੀ ਨੂੰ ਤਾਂ ਇੱਕ ਕਿਸਮ ਦੀ ਆਕਸੀਜਨ ਮਿਲ ਗਈ। ਭਾਰਤੀ ਜਨਤਾ ਪਾਰਟੀ ਬੈਕਫੁੱਟ ਤੇ ਜਾ ਰਹੀ ਸੀ ਕਿ ਗੁਜਰਾਤ ਚੋਣਾਂ ਦੇ ਵਿੱਚ ਮਨੀਸ਼ੰਕਰ ਅਈਅਰ ਨੇ ਨੀਚ ਸ਼ਬਦ ਜਦੋਂ ਵਰਤਿਆ ਪ੍ਰਧਾਨ ਮੰਤਰੀ ਲਈ ਤੇ ਭਾਰਤੀ ਜਨਤਾ ਪਾਰਟੀ ਕਮਬੈਕ ਕਰ ਗਈ ਗੁਜਰਾਤ ਦੇ ਵਿੱਚ। ਹੁਣ ਇਹਦਾ ਕਿੰਨਾ ਕੁ ਨੁਕਸਾਨ ਕਾਂਗਰਸ ਨੂੰ ਹੋਏਗਾ? ਭਾਵੇਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਦੀ ਨਾਲ ਕਿਹਾ ਕਿ ਇਹ ਗਲਤ ਕਿਹਾ ਮਨੀਸ਼ੰਕਰ ਅਈਅਰ ਨੇ ਤੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ, ਪ੍ਰਧਾਨ ਮੰਤਰੀ ਪ੍ਰਤੀ ਏਦਾਂ ਦੇ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ। ਤੇ ਬਾਅਦ ਵਿੱਚ ਉਹਨਾਂ ਨੂੰ ਮਨੀਸ਼ੰਕਰ ਅਈਅਰ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਸਸਪੈਂਡ ਵੀ ਕਰ ਦਿੱਤਾ ਗਿਆ, ਉਹਨਾਂ ਦੀ ਪ੍ਰਾਇਮਰੀ ਮੈਂਬਰਸ਼ਿਪ ਸਸਪੈਂਡ ਕਰ ਦਿੱਤੀ ਗਈ। ਪਰ ਤੁਸੀਂ ਹੈਰਾਨੀ ਦੇਖੋ ਇਸ ਗੱਲ ਦੀ ਵੀ ਮਾਫੀ ਮੰਗਣ ਦੇ ਨਾਂ ਦੇ ਉੱਤੇ ਮਨੀਸ਼ੰਕਰ ਅਈਅਰ ਨੇ ਭਾਵੇਂ ਮਾਫੀ ਮੰਗੀ ਪਰ ਨਾਲ ਇਹ ਵੀ ਕਹਿ ਦਿੱਤਾ
कि मेरी हिंदी बड़ी कमज़ोर है, इस करके ਜਿਹੜਾ ਮੈਂ ਅੰਗਰੇਜ਼ੀ 'ਚ ਲੋ ਸ਼ਬਦ ਵਰਤ ਰਿਹਾ ਸੀਗਾ ਪ੍ਰਧਾਨ ਮੰਤਰੀ ਲਈ, ਤੇ ਉਹਦੀ ਜਿਹੜੀ ਹਿੰਦੀ ਹੈ ਉਹ ਮੇਰੀ ਕਮਜ਼ੋਰ ਹਿੰਦੀ ਹੋਣ ਕਰਕੇ ਉਹ ਨੀਚ ਸ਼ਬਦ ਵਰਤਿਆ ਗਿਆ। ਨਾਲ ਇਹ ਆਪਣੀ ਦਲੀਲ ਵੀ ਇੱਕ ਦੇ ਰਹੇ, ਜਿਹੜੀ ਬੜੀ ਬੇਤੁਕੀ ਕਿਸਮ ਦੀ ਦਲੀਲ ਹੈ। ਉਹ ਇੱਕ ਕੇਵਲ ਕਾਂਗਰਸ ਦੇ ਸੀਨੀਅਰ ਲੀਡਰ ਨਹੀਂ ਹੈਗੇ, ਉਹ ਇੱਕ ਲੇਖਕ ਦੇ ਤੌਰ ਤੇ ਵੀ ਪ੍ਰਸਿੱਧ ਹੈ। ਤੇ ਇੱਕ ਪੋਲੀਟੀਕਲ ਲੀਡਰ ਜਿਹੜਾ ਟੌਪ ਦਾ ਹੋਵੇ ਤੇ ਇੱਕ ਲੇਖਕ ਵੀ ਹੋਵੇ, ਉਹਦੇ ਤੋਂ ਘੱਟੋ ਘੱਟ ਜਿਹੜੀ ਮੁੱਖ ਪ੍ਰਧਾਨ ਮੰਤਰੀ ਦੀ ਜਿਹੜੀ ਇੱਕ ਗਰਿਮਾ ਹੈਗੀ ਹੈ, ਇੱਕ ਅਹੁਦੇ ਦੀ ਗਰਿਮਾ, ਉਹਦੇ ਤੇ ਇਸ ਤਰ੍ਹਾਂ ਦੀ ਟਿੱਪਣੀ ਕਰਨੀ ਕਤਈ ਸ਼ੋਭਾ ਨਹੀਂ ਦਿੰਦੀ। ਪਰ ਇਹਦੇ ਬਾਵਜੂਦ ਕੇਵਲ ਮਨੀਸ਼ੰਕਰ ਅਈਅਰ ਥੋੜ੍ਹਾ ਹੈ, ਭਾਰਤੀ ਜਨਤਾ ਪਾਰਟੀ ਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਮੈਂਬਰ ਪਾਰਲੀਮੈਂਟ, ਕੋਈ ਨਾ ਕੋਈ ਭਾਰਤੀ ਜਨਤਾ ਪਾਰਟੀ ਦਾ ਵੱਡਾ ਲੀਡਰ, ਈਵਨ ਮੁੱਖ ਮੰਤਰੀ ਤੱਕ ਜਿਹੜੇ ਹੈ, ਉਹਨਾਂ ਨੇ ਵੀ ਇੱਦਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਹੈ ਜਿਹੜੀ ਕਿਸੇ ਵੀ ਕੀਮਤ ਤੇ ਬਰਦਾਸ਼ਤਯੋਗ ਨਹੀਂ ਹੈ। ਕਾਂਗਰਸ ਪਾਰਟੀ ਨੇ ਭਾਵੇਂ ਗੁਜਰਾਤ ਚੋਣਾਂ ਕਰਕੇ ਮਨੀਸ਼ੰਕਰ ਅਈਅਰ ਦੇ ਖਿਲਾਫ ਐਕਸ਼ਨ ਲੈ ਲਿਆ ਹੋਵੇ, ਪਰ ਕਾਂਗਰਸ ਪਾਰਟੀ ਨੇ ਇੱਕ ਐਕਸ਼ਨ ਤਾਂ ਲਿਆ ਨਾ ਆਪਣੇ ਲੀਡਰ ਦੇ ਖਿਲਾਫ, ਉਹਨੂੰ ਪ੍ਰਾਇਮਰੀ ਮੈਂਬਰਸ਼ਿਪ ਤੋਂ ਵੀ ਸਸਪੈਂਡ ਕਰ ਦਿੱਤਾ ਮਨੀਸ਼ੰਕਰ ਅਈਅਰ ਨੂੰ। ਭਾਰਤੀ ਜਨਤਾ ਪਾਰਟੀ ਨੇ ਅੱਜ ਤੱਕ ਆਪਣੇ ਕਿਸੇ ਆਗੂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ। ਅੱਗ ਵਰਗੇ ਲਫ਼ਜ਼ ਬੋਲਦੇ ਨੇ ਭਾਰਤੀ ਜਨਤਾ ਪਾਰਟੀ ਵਾਲੇ। ਇਹਨਾਂ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਸਾਕਸ਼ੀ ਮਹਾਰਾਜ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਇਹ ਤਾਂ ਅਲਾਉਦੀਨ ਖਿਲਜੀ ਦੇ ਵੰਸ਼ ਵਿੱਚੋਂ ਲੱਗਦਾ, ਉਹਦਾ ਪੁੱਤਰ ਲੱਗਦਾ ਇਹ। ਫਿਰ ਇੱਕ ਨਰਸਿਮਹਾ ਰਾਓ, ਇਹਨਾਂ ਦਾ ਸਪੋਕਸਪਰਸਨ, ਉਹਨੇ ਵੀ ਇਹੀ ਗੱਲ ਕਹੀ ਵੀ ਇਹ ਤਾਂ ਜਿਹੜਾ ਅਲਾਉਦੀਨ ਖਿਲਜੀ ਦਾ ਰਿਸ਼ਤੇਦਾਰ ਲੱਗਦਾ ਰਾਹੁਲ ਗਾਂਧੀ। ਕਿਹਨੇ ਉਹਦੇ ਖਿਲਾਫ ਐਕਸ਼ਨ ਲੈ ਲਿਆ? ਰੋਜ਼ ਹੀ ਜਿਹੜੇ ਸੰਤ ਮਹਾਤਮਾ, ਸੋ ਕਾਰਡ ਸੰਤ ਮਹਾਤਮਾ ਭਾਰਤੀ ਜਨਤਾ ਪਾਰਟੀ ਦੇ ਮੰਚ ਤੋਂ, ਕੋਈ ਮੁੱਖ ਮੰਤਰੀ ਬਣਿਆ, ਕੋਈ ਮੈਂਬਰ ਪਾਰਲੀਮੈਂਟ ਬਣਿਆ, ਰੋਜ਼ ਹੀ ਗਲਤ ਕਿਸਮ ਦੀ ਭਾਸ਼ਾ ਦੀ ਉਹ ਵਰਤੋਂ ਕਰਦੇ ਆ, ਪਰ ਭਾਰਤੀ ਜਨਤਾ ਪਾਰਟੀ ਕੋਈ ਐਕਸ਼ਨ ਨਹੀਂ ਲੈਂਦੀ। ਫਿਰ ਇਹ ਤਵੱਕੋ ਕਰਨੀ ਕਿ ਕਾਂਗਰਸ ਪਾਰਟੀ ਐਕਸ਼ਨ ਲਵੇ। ਕਾਂਗਰਸ ਪਾਰਟੀ ਬਾਰੇ, ਕਪਿਲ ਸਿੱਬਲ ਬਾਰੇ ਕਹਿ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿ ਕਾਂਗਰਸ ਪਾਰਟੀ ਨੂੰ ਕਪਿਲ ਸਿੱਬਲ ਨੂੰ ਵੀ ਸਸਪੈਂਡ ਕਰਨਾ ਚਾਹੀਦਾ ਹੈ। ਪਰ ਪ੍ਰਧਾਨ ਮੰਤਰੀ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਅਮਿਤ ਸ਼ਾਹ ਨੇ ਕਦੀ ਨਹੀਂ ਕਿਹਾ ਕਿ ਸਾਡੇ ਬੰਦੇ ਵੀ ਜਿਹੜਾ ਗਲਤ ਬੋਲਦੇ ਆ ਉਹਨਾਂ ਦੇ ਖਿਲਾਫ ਅਸੀਂ ਵੀ ਐਕਸ਼ਨ ਲਵਾਂਗੇ, ਜਾਂ ਕਦੇ ਕੋਈ ਐਕਸ਼ਨ ਲਿਆ ਹੋਵੇ। ਇਹਦੀ ਕੋਈ ਮਿਸਾਲ ਭਾਰਤੀ ਜਨਤਾ ਪਾਰਟੀ ਦੇ ਇਤਿਹਾਸ 'ਚ ਨਹੀਂ ਹੈ। ਪਰ ਜਿਹੜੀ ਭਾਸ਼ਾ ਆ, ਉਹਦੇ 'ਚ ਜਿਹੜੀ ਹਿੰਸਾ ਆ, ਉਹ ਆਪਣੇ ਆਪ 'ਚ ਇੱਕ ਵੱਡਾ ਮਾਮਲਾ, ਤੇ ਇਹਦਾ ਅਸਰ ਜਿਹੜਾ ਪੋਲੀਟੀਕਲ ਤੌਰ ਦੇ ਉੱਤੇ ਜਿਹੜੀ ਭਾਸ਼ਾ ਦੀ ਮਰਿਆਦਾ ਭੰਗ ਕੀਤੀ ਜਾ ਰਹੀ ਹੈ, ਇਹਦਾ ਅਸਰ ਬਾਕੀ ਖੇਤਰਾਂ 'ਚ ਵੀ ਪੈ ਰਿਹਾ। ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਜਿਸ ਤਰ੍ਹਾਂ ਦੀ ਭਾਸ਼ਾ ਕੈਪਟਨ ਅਮਰਿੰਦਰ ਵਰਤਦੇ ਰਹੇ ਆ, ਵਿਕਰਮ ਮਜੀਠੀਆ ਵਰਤਦੇ ਰਹੇ, ਰਾਣਾ ਗੁਰਜੀਤ ਵਰਤਦੇ ਰਹੇ ਆ, ਉਹਦੀ ਐਕਸਟੈਂਸ਼ਨ ਕਿਹੜੀ ਅਸੀਂ ਹੁਣ ਦੇਖੀ ਹੈ? ਉਹਦੀ ਐਕਸਟੈਂਸ਼ਨ ਅਸੀਂ ਦੇਖੀ ਹੈ ਹਰਾਮਜ਼ਾਦੇ ਤੱਕ ਦਾ ਇੱਕ ਸ਼ਬਦ ਜਿਹੜਾ ਆ ਸੁਖਪਾਲ ਸਿੰਘ ਖਹਿਰਾ ਨੇ ਵਰਤ ਲਿਆ ਕੈਪਟਨ ਅਮਰਿੰਦਰ ਲਈ, ਤੇ ਬਾਅਦ ਵਿੱਚ ਦੂਸਰੇ ਦਿਨ ਆਪਣੇ ਸ਼ਬਦ ਵਾਪਸ ਲੈਣ ਦੀ ਗੱਲ ਕੀਤੀ ਉਹਨਾਂ ਨੇ। ਸ਼ਬਦ ਕਹੇ ਹੋਏ ਤੇ ਕਮਾਨ ਚੋਂ ਨਿਕਲਿਆ ਤੀਰ ਕਦੇ ਵਾਪਸ ਨਹੀਂ ਮੁੜਦਾ। ਸੋ ਭਾਸ਼ਾ ਦੀ ਮਰਿਆਦਾ ਕਾਇਮ ਰੱਖਣੀ ਜ਼ਰੂਰੀ ਹੈ। ਇਹਦਾ ਬਾਕੀ ਖੇਤਰਾਂ ਦੇ ਵਿੱਚ ਵੀ ਅਸਰ ਪੈ ਰਿਹਾ। ਕੈਪਟਨ ਅਮਰਿੰਦਰ ਦੀ ਆਲੋਚਨਾ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਦੇ ਕੰਮਾਂ ਕਾਰਾਂ ਕਰਕੇ। ਉਹਨਾਂ ਦੇ ਜਿਹੜੇ ਚੋਣ ਵਾਅਦੇ ਕੀਤੇ ਹੈ, ਉਹਨਾਂ ਨੇ ਜਿਹੜੇ ਲੋਕਾਂ ਨੂੰ ਕਿਹਾ ਸੀ ਕਿ ਸਾਡੀ ਸਰਕਾਰ ਆਉਂਦੇ ਮਸਲੇ ਹੱਲ ਕਰ ਦਾਂਗੇ, ਚਾਹੇ ਡਰੱਗ ਦਾ ਇਸ਼ੂ ਹੋਵੇ, ਚਾਹੇ ਨੌਕਰੀਆਂ ਦਾ ਇਸ਼ੂ ਹੋਵੇ, ਉਹ ਤੇ ਨੁਕਤਾਚੀਨੀ ਕੀਤੀ ਜਾਣੀ ਚਾਹੀਦੀ। ਉਹਦੇ ਖਿਲਾਫ ਇੱਕ ਲੜਾਈ ਵੀ ਲੜੀ ਜਾਣੀ ਚਾਹੀਦੀ ਹੈ, ਵਿਧਾਨ ਸਭਾ ਦੇ ਵਿੱਚ ਵੀ, ਵਿਧਾਨ ਸਭਾ ਤੋਂ ਬਾਹਰ ਵੀ। ਪਰ ਅੱਜ ਕੱਲ੍ਹ ਜਿਹੜਾ ਨਵਾਂ ਚਾਅ ਚੜਿਆ ਹੋਇਆ, ਨਾਲ ਦੀ ਨਾਲ ਫੇਸਬੁੱਕ ਦੇ ਉੱਤੇ ਲਾਈਵ ਕਰਕੇ ਕਿਸੇ ਨੂੰ ਵੀ ਕੁਝ ਵੀ ਕਹਿ ਦਿੱਤਾ ਜਾਂਦਾ ਹੈ। ਤੇ ਫੇਸਬੁੱਕ ਦੇ ਉੱਤੇ ਜਾਂ ਨਵੇਂ ਸੰਚਾਰ ਸਾਧਨਾਂ ਦੇ ਉੱਤੇ ਜਿੰਨੀ ਜ਼ਿਆਦਾ ਭਾਸ਼ਾ ਦੀ ਮਰਿਆਦਾ ਭੰਗ ਹੋ ਰਹੀ ਹੈ, ਹੋਰ ਕਿਤੇ ਨਹੀਂ ਹੋ ਰਹੀ। ਫੇਸਬੁੱਕ ਦੇ ਉੱਤੇ ਖਾਸ ਤੌਰ ਦੇ ਉੱਤੇ ਗੰਭੀਰ ਤੋਂ ਗੰਭੀਰ ਮਸਲੇ ਦੇ ਉੱਤੇ ਕੁਝ ਡਿਬੇਟ ਕਰਾ ਕੇ ਦੇਖ ਲਓ, ਉਹਦੇ 'ਚ ਵੀ ਕੁਝ ਲੋਕ ਆ ਵੜਨਗੇ ਜਿਹੜੇ ਸ਼ਰਮਨਾਕ ਹੱਦ ਤੱਕ ਗਲਤ ਕਿਸਮ ਦੀ ਭਾਸ਼ਾ ਦੀ ਵਰਤੋਂ ਕਰਦੇ ਆ। ਜਿੰਨੀ ਨਵੇਂ ਸੰਚਾਰ ਸਾਧਨਾਂ ਤੇ ਖਾਸ ਤੌਰ ਤੇ ਫੇਸਬੁੱਕ ਦੇ ਉੱਤੇ ਭਾਸ਼ਾ ਦੀ ਮਰਿਆਦਾ ਭੰਗ ਹੋਈ ਹੈ, ਅੱਜ ਤੱਕ ਕਿਸੇ ਵੀ ਹੋਰ ਖਿੱਤੇ 'ਚ ਅਸੀਂ ਦੇਖੀ ਨਹੀਂ ਹੈਗੀ। ਕਿਤੇ ਵੀ ਏਦਾਂ ਭਾਸ਼ਾ ਦੀ ਮਰਿਆਦਾ ਭੰਗ ਨਹੀਂ ਹੋਈ ਜਿੰਨੀ ਫੇਸਬੁੱਕ ਤੇ ਅੱਜ ਕੱਲ੍ਹ ਹੋ ਰਹੀ ਆ। ਗਾਲੀ ਗਲੋਚ ਤੱਕ ਵੀ ਇੱਕ ਦੂਜੇ ਦੇ ਖਿਲਾਫ ਕੀਤਾ ਜਾ ਰਿਹਾ। ਸੋ ਲੋੜ ਇਸ ਗੱਲ ਦੀ ਹੈ, ਪਹਿਲਾਂ ਆਪਣੀ ਪੋਲੀਟੀਕਲ ਲੈਂਗੁਏਜ ਠੀਕ ਹੋਵੇ, ਰਾਜਸੀ ਭਾਸ਼ਾ ਜੇ ਸਾਡੀ ਦਰੁਸਤ ਹੋਏਗੀ ਤਾਂ ਜਾ ਕੇ ਬਾਕੀ ਖੇਤਰਾਂ ਦੇ ਵਿੱਚ ਵੀ ਭਾਸ਼ਾਈ ਜਿਹੜੇ ਖਤਰੇ ਹੈ ਉਹਨਾਂ ਨੂੰ ਦਰਕਿਨਾਰ ਕੀਤਾ ਜਾ ਸਕਦਾ ਹੈ, ਭਾਸ਼ਾ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਪਰ ਰਾਜਸੀ ਭਾਸ਼ਾ ਇਸ ਕਰਕੇ ਬੇਹੂਦਾ ਹੁੰਦੀ ਜਾ ਰਹੀ ਹੈ ਕਿਉਂਕਿ ਰਾਜਸੀ ਪਾਰਟੀਆਂ, ਚਾਹੇ ਹਕੂਮਤ ਚਾਹੇ ਹਕੂਮਤ ਚੁਣਨ ਦੀਆਂ ਕੋਸ਼ਿਸ਼ ਕਰਨ ਵਾਲੀਆਂ ਪਾਰਟੀਆਂ, ਉਹਨਾਂ ਦੇ ਕੋਲ ਲੋਕਾਂ ਦੇ ਮੁੱਦੇ ਤੇ ਕੋਈ ਜਵਾਬ ਹੀ ਨਹੀਂ ਹੈਗਾ। ਲੋਕਾਂ ਦੇ ਮੁੱਦਿਆਂ ਨੂੰ ਭੜਕਾਉਣ ਵਾਸਤੇ ਗਲਤ ਕਿਸਮ ਦੀ ਸਨਸਨੀ ਵਾਲੀ ਭਾਸ਼ਾ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਕਾਇਮ ਦਾਇਮ ਰੱਖਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਹੜੀ ਉਹਨਾਂ ਵਾਸਤੇ ਵੀ ਖਤਰਨਾਕ ਹੈ ਤੇ ਆਉਂਦੇ ਭਾਰਤ ਦੇ ਭਵਿੱਖ ਵਾਸਤੇ ਵੀ ਖਤਰਨਾਕ ਹੈ। ਭਾਸ਼ਾ ਦਾ ਜਿਹੜਾ ਭਵਿੱਖ ਹੈ ਉਹਨੂੰ ਵੀ ਹਨੇਰੇ 'ਚ ਲਿਜਾਣ ਵਾਲੀ ਗੱਲ ਹੈ। ਸੋ ਇਸ ਗੱਲ ਤੋਂ ਸੁਚੇਤ ਹੋਣ ਦੀ ਤਾਂ ਜ਼ਰੂਰਤ ਹੈਗੀ ਹੈ। ਨਾਲ ਦੀ ਨਾਲ ਇੱਕ ਲੋਕਾਂ ਦਾ ਦਬਾਅ ਬਣਨਾ ਚਾਹੀਦਾ ਹੈ ਰਾਜਸੀ ਪਾਰਟੀਆਂ ਦੇ ਉੱਤੇ ਵੀ ਘੱਟੋ ਘੱਟ ਤੁਸੀਂ ਆਪਣੀ ਭਾਸ਼ਾ ਨੂੰ ਦਰੁਸਤ ਕਰੋ। ਭਾਸ਼ਾ 'ਚ ਚਾਹੇ ਨੀਤੀਆਂ ਦਾ ਵਿਰੋਧ ਕਰੋ, ਡਟ ਕੇ ਵਿਰੋਧ ਕਰੋ, ਦਲੀਲ ਨਾ ਕਰੋ, ਤਰਕ ਨਾ ਕਰੋ, ਪਰ ਭਾਸ਼ਾ ਦੇ ਨਾਲ, ਬੋਲੀ ਦੇ ਨਾਲ ਇਸ ਤਰ੍ਹਾਂ ਦਾ ਚੀਰ-ਹਰਣ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਾਸ਼ਾ ਵਰਤਦਿਆਂ ਆਪਣੇ ਵਿਰੋਧੀ ਬਾਰੇ ਵੀ ਸਤਿਕਾਰ ਵਾਲੇ ਸ਼ਬਦ ਵਰਤੇ ਜਾਣੇ ਚਾਹੀਦੇ ਹੈ।
ਇਹ ਸਾਡੀ ਰਾਏ ਹੈ। ਸੋ ਇਸ ਦੇ ਨਾਲ ਹੀ ਅਸੀਂ ਅੱਜ ਦਾ ਸਾਡਾ ਇਹ ਸਾਂਝੀ ਸੱਤ ਪ੍ਰੋਗਰਾਮ ਇੱਥੇ ਸਮਾਪਤ ਕਰਾਂਗੇ। ਅਗਲੇ ਹਫਤੇ ਫਿਰ ਮਿਲਾਂਗੇ, ਕੁਝ ਨਵੇਂ ਸਵਾਲਾਂ ਦੇ ਰੂਬਰੂ ਹੋਵਾਂਗੇ। ਹੁਣ ਦਿਓ ਸੁਸ਼ੀਲ ਦੋਸਾਂਝ ਤੇ ਕਮਲ ਦੋਸਾਂਝ ਨੂੰ ਆਗਿਆ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਭ।